ਹੈਲੋ ਬਾਲਾਜੀ ਐਜੂਕੇਸ਼ਨ ਪੁਆਇੰਟ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਜੋ ਆਪਣੀ ਵੀਡੀਓ ਰਹੇਗੀ ਇਹ ਮਲਟੀਪਲ ਚੁਆਇਸ ਕੁਐਸਚਨ ਦੇ ਉੱਪਰ ਰਹੇਗੀ ਕੰਪਿਊਟਰ ਦੇ। ਇਸ ਤੋਂ ਪਹਿਲਾਂ ਆਪਾਂ ਕੀ ਕਰ ਚੁੱਕੇ ਆ, ਆਪਾਂ ਇਸ ਤੋਂ ਪਹਿਲਾਂ ਪ੍ਰਿੰਟਰਸ ਕਰ ਚੁੱਕੇ ਆ, ਓਕੇ, ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿੱਚ ਆਇਆ ਸੀ ਜੋ, ਤੇ MS ਆਫਿਸ ਕਰ ਚੁੱਕੇ ਆ ਜਿਹਦੇ ਵਿੱਚ ਆਪਾਂ ਨੇ MS ਵਰਡ, MS ਐਕਸਲ, MS ਐਕਸੈਸ ਤੇ MS ਪਾਵਰਪੁਆਇੰਟ ਕੀਤਾ। ਅੱਜ ਦਾ ਜੋ ਲਗਭਗ ਸਾਰਾ MCQ ਰਹੇਗਾ ਇਹਨਾਂ ਟੌਪਿਕ ਦੇ ਉੱਤੇ ਹੀ ਰਹੇਗਾ। ਜਿਨ੍ਹਾਂ ਨੇ ਪਹਿਲਾਂ ਉਹ ਵੀਡੀਓ ਨਹੀਂ ਦੇਖੀਆਂ ਪਲੀਜ਼ ਪਹਿਲਾਂ ਜਾ ਕੇ ਉਹ ਦੇਖੋ, ਤੁਹਾਨੂੰ ਫਿਰ ਇਹ ਸਮਝ ਆਏਗਾ। ਸੋ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਬਾਲਾਜੀ ਐਜੂਕੇਸ਼ਨ ਪੁਆਇੰਟ ਜੁਆਇਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਕਿਸੇ ਵੀ ਤਰ੍ਹਾਂ ਦੀ ਕਿਊਰੀ ਲਈ। ਤੁਹਾਨੂੰ ਇਸ ਲੈਕਚਰ ਦੇ ਰਿਗਾਰਡਿੰਗ ਕੋਈ ਵੀ ਡਾਊਟ ਜਾਂ ਕਿਊਰੀ ਹੋਵੇ ਤੁਸੀਂ ਦਿੱਤੇ ਗਏ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਮੇਰਾ ਨਾਮ ਹੈ ਅਮਿਤ ਜੋਸ਼ੀ। ਚਲੋ ਲੈਕਚਰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਆਪਣੇ ਕੋਲੇ ਕੀ ਆਇਆ ਕਿ ਨੋਟਬੁੱਕ, ਲੈਪਟॉप, palm handheld computers are under the category of ਵੀ ਇਹ ਜੋ ਕੰਪਿਊਟਰ ਨੇ ਨੋਟਬੁੱਕ, ਲੈਪਟॉप, palm ਤੇ हैंडहेल्ड ਇਹ ਕਿਸ ਕੰਪਿਊਟਰ ਦੀ ਕੈਟਾਗਰੀ ਚ ਆਉਂਦੇ ਨੇ? ਡਿਜੀਟਲ ਜੀ ਨਹੀਂ, ਮੇਨ ਫਰੇਮ ਨਹੀਂ, ਇਹ ਆਉਂਦੇ ਨੇ ਪੋਰਟੇਬਲ। ਪੋਰਟੇਬਲ ਦਾ ਮਤਲਬ ਹੁੰਦਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕੀਏ, ਤਾਂ ਇਹ ਸਾਰਿਆਂ ਨੂੰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕਦੇ ਹਾਂ। ਓਕੇ, ਨੈਕਸਟ ਆਪਣੇ ਕੋਲੇ ਕੀ ਹੈ? ਲਾਈਟ ਪੈਨ ਐਂਡ ਜॉयस्टिक्स ਆਰ, ਇਹ ਕਿਹਦੀਆਂ ਐਗਜ਼ਾਮਪਲਸ ਨੇ? ਐਲਗੋਰਿਥਮ ਦੀਆਂ ਨਹੀਂ ਜੀ, ਇਨਪੁਟ ਡਿਵਾਈਸਿਸ। ਓਕੇ, ਇਹ ਦੋਨੇ ਕੀ ਨੇ? ਇਨਪੁਟ ਡਿਵਾਈਸਿਸ ਨੇ। ਨੈਕਸਟ ਆਪਣੇ ਕੋਲੇ ਕੀ ਹੈ? ਟੱਚ ਸਕਰੀਨ। ਟੱਚ ਸਕਰੀਨ ਦੇਖੋ ਇਹ ਟੈਕਨੀਕਲ ਕੁਐਸਚਨ ਹੈ ਥੋੜਾ ਜਿਹਾ। ਟੱਚ ਸਕਰੀਨ ਹੁਣੇ ਇਨਪੁਟ ਵੀ ਹੁੰਦੀ ਹੈ, ਆਊਟਪੁੱਟ ਵੀ ਹੁੰਦੀ ਹੈ। ਠੀਕ ਹੈ, ਇਨਪੁਟ ਵੀ ਹੁੰਦੀ ਹੈ ਤੇ ਆਊਟਪੁੱਟ ਵੀ ਹੁੰਦੀ ਹੈ। ਸੋ ਇਹਦਾ ਆਨਸਰ ਕੀ ਆ ਜਾਏਗਾ? ਬੋਥ। ਓਕੇ, ਟੱਚ ਸਕਰੀਨ ਕੀ ਹੈ? ਇਨਪੁਟ ਵੀ ਹੈ, ਆਊਟਪੁੱਟ ਵੀ ਹੈ। ਨੈਕਸਟ ਹੈ ਆਪਣੇ ਕੋਲੇ ਵਰਡ। MS ਵਰਡ ਇਜ਼ ਐਨ ਐਗਜ਼ਾਮਪਲ ਆਫ, ਕਿਸ ਚੀਜ਼ ਦੀ ਐਗਜ਼ਾਮਪਲ ਹੈ? ਐਨ ਆਪਰੇਟਿੰਗ ਸਿਸਟਮ ਨਹੀਂ ਜੀ, ਪ੍ਰੋਸੈਸਿੰਗ ਡਿਵਾइस नहीं जी, एप्लीकेशन सॉफ्टवेयर। ठीक है, MS वर्ड की एक एप्लीकेशन सॉफ्टवेयर है। ओके, एप्लीकेशन सॉफ्टवेयर। नेक्स्ट है अपने को कंट्रोल, शिफ्ट एंड ऑल्ट आर डैश कीज, इन्हां नूं की कहा जाता है? ठीक है, बहुत ज्यादा इंपोर्टेंट क्वेश्चन है। कंट्रोल, शिफ्ट ते आल्ट इन्हां नूं कहा की जाता है? मॉडिफायर या मॉडिफायर कीज। ठीक है, इन्हां नूं किहड़ी कीज कहा जाता है? मॉडिफायर कीज। फंक्शन की आपां नूं पता है भी F1 तो लैके F12 तक होंदियां ने, ये भी कई बार क्वेश्चन पूछा जाता है। डैश आर हाई एंड प्रिंटर, सब तो वधिया क्वालिटी के प्रिंटर किहड़े हुंदे ने? इंकजेट, लेजर, थर्मल, डॉट मैट्रिक्स। सो इसदा आंसर की आएगा? लेजर प्रिंटर्स। लेजर प्रिंटर्स एक हाई क्वालिटी के प्रिंटर्स हुंदे ने। नैक्सट अपने को डेजी व्हील, ड्रम एंड चेन की ने? ये जिन्हें हुण पढ़िया होगा उन्हें पता है डेजी व्हील, ड्रम एंड चेन की ने? ये फ्लो चार्ट ने नहीं, माउस ने नहीं, कीबोर्ड ने नहीं, एक ही ने जी प्रिंटर। एक ही ने प्रिंटर। नेक्स्ट अपने को लेके जी कंप्यूटर दैट कंबाइन बोथ मेजरिंग एंड काउंटिंग। मेजरिंग एंड काउंटिंग उसनू आपां की कहने आ? उसनू आपां की कहने आ? हाइब्रिड। हुण इत्थे मेजरिंग ते काउंटिंग का मतलब की है? मेजरिंग का मतलब की हुंदा? मान लो कोई भी प्रैशर आपां ने वेट मशीन हुंदी है ना, कोई मान लो वेट मशीन है, ਆਪਾਂ ਪਹਿਲਾਂ ਦੇਖਦੇ ਸੀਗੇ ਕਿ ਇਸ ਤਰੀਕੇ ਨਾਲ weight ਹੁੰਦਾ ਸੀ, ਸੂਈ ਨਾਲ ਸੂਈ ਇੱਧਰ ਉੱਧਰ ਮੂਵ ਕਰਦੀ ਸੀ ਜਿਵੇਂ ਇੱਕ ਤਰੀਕੇ ਨਾਲ ਘੜੀ ਹੁੰਦੀ ਹੈ। ਠੀਕ ਹੈ, ਉਹ ਕੀ ਹੈ? ਮੇਜ਼ਰਿੰਗ। ਕਾਊਂਟਿੰਗ ਕੀ ਹੈ? ਜਿਹਨੇ 1 2 ਕਾਊਂਟ ਕਰਨਾ, ਜਿਹਨੇ ਡਿਜੀਟਲੀ ਕਾਊਂਟ ਕਰਨਾ ਉਹਨੂੰ ਕੀ ਕਹਿੰਦੇ ਨੇ? ਕਾਊਂਟਿੰਗ। ਸੋ ਹਾਈਬ੍ਰਿਡ ਦੇ ਵਿੱਚ ਉਹ ਦੋਨੇ ਹੁੰਦੇ ਨੇ, ਡਿਜੀਟਲ ਵੀ ਐਨਾਲੌਗ ਵੀ। ਠੀਕ ਹੈ, ਟੂਡੇਜ਼ ਮੋਸਟ ਆਫ ਦਾ ਕੰਪਿਊਟਰਸ ਆਰ, ਅੱਜ ਕੱਲ੍ਹ ਜੋ ਕੰਪਿਊਟਰ ਆ ਰਹੇ ਨੇ ਉਹ ਕੀ ਨੇ? ਅੱਜ ਕੱਲ੍ਹ ਦੇ ਸਾਰੇ ਕੰਪਿਊਟਰ ਕੀ ਨੇ? ਲਗਭਗ ਡਿਜੀਟਲ ਕੰਪਿਊਟਰਸ ਨੇ। ਓਕੇ, ਫਿਜ਼ੀਕਲ ਸਟਰਕਚਰ ਆਫ ਕੰਪਿਊਟਰ ਇਜ਼ ਕਾਲਡ, ਕੰਪਿਊਟਰ ਦੇ ਫਿਜ਼ੀਕਲ ਸਟਰਕਚਰ ਨੂੰ ਕੀ ਕਿਹਾ ਜਾਂਦਾ ਜੀ? ਸੌਫਟਵੇਅਰ ਨਹੀਂ, ਹਿਊਮਨਵੇਅਰ ਜਮਾ ਨਹੀਂ, ਉਹਨੂੰ ਕੀ ਕਿਹਾ ਜਾਂਦਾ? ਹਾਰਡਵੇਅਰ। ਉਹਨੂੰ ਕੀ ਕਿਹਾ ਜਾਂਦਾ? ਹਾਰਡਵੇਅਰ। ਫਿਜ਼ੀਕਲ ਸਟਰਕਚਰ ਨੂੰ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ। ਕਈ ਵਾਰੀ ਇੱਥੇ ਇੱਕ ਸ਼ਬਦ ਯੂਜ਼ ਹੁੰਦਾ ਟੈਂਜੀਬਲ। ਟੈਂਜੀਬਲ ਦਾ ਮਤਲਬ ਵੀ ਉਹੀ ਹੁੰਦਾ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ। ਵਟ ਇਜ਼ ਦਾ ਆਰਡਰ ਆਫ ਕੀਜ਼ ਫਰੋਮ ਲੈਫਟ ਟੂ ਰਾਈਟ। ਹੁਣ ਇੱਥੇ ਲੈਫਟ ਕੀ ਹੈ? ਦੇਖੋ ਇਹ ਚੀਜ਼ ਲੈਫਟ ਹੁੰਦੀ ਹੈ, ਇੱਥੋਂ ਦੀ ਰਾਈਟ ਜਾਂਦੇ ਹੋਏ ਕਿਹਦਾ? ਫਸਟ ਰੋ ਆਫ ਕੀਬੋਰਡ। ਦੇਖੋ ਆਪਣੇ ਕੋਲ ਕੀਬੋਰਡ ਹੁੰਦਾ, ਇਹਦੇ ਕੁਝ ਰੋਜ਼ ਹੁੰਦੀਆਂ ਨੇ, ਤਾਂ ਜੋ ਪਹਿਲੀ ਰੋ ਹੈ ਉਹਦਾ ਇੱਥੋਂ ਦੀ ਇੱਥੇ ਤੱਕ ਜਾਂਦੇ ਹੋਏ ਕੀ ਪੈਟਰਨ ਬਣੂਗਾ? ਇਹ ਨਹੀਂ ਜੀ ਨਹੀਂ, ਇਹ ਬਣੂਗਾ। ਠੀਕ ਹੈ, ਇੱਥੇ ਕੀ ਹੁੰਦਾ? ਇੱਕ ਟਾਈਪ ਵੀ ਹੁੰਦੀ ਹੈ ਇਹਦੀ ਕੀਬੋਰਡ ਦੀ, ਆਹ ਵਾਲੀ ਕੁਆਲਿਟੀ। ਠੀਕ ਹੈ, ਉਹਦੇ ਬੇਸ ਤੇ ਹੁੰਦੀ ਹੈ ਕਿ ਉਹਦੀ ਫਸਟ ਰੋ ਦਾ ਪੈਟਰਨ ਕੀ ਹੈ ਕੀਜ਼ ਦਾ। ਓਕੇ, इन जनरल हाउ मच इज द स्टोरेज कैपेसिटी ऑफ CD। देखो CD की है इतने, CD की कई बार फुल फॉर्म आ जाती है। CD की है? कंपैक्ट डिस्क। CD की है? कंपैक्ट डिस्क। सो ਇਹਦੀ कैपेसिटी की होंगी है? लगभग 700 MB।
ठीक है 700 MB। MB की फुल फॉर्म मेगाबाइट, ठीक है, तो B बड़ा आएगा मेगाबाइट। इन विच फॉर्म ऑफ द डाटा इज स्टोर्ड इन CD एंड DVD। हुण इत्थे एक चीज़ होर आ गई DVD, ਇਹਦੀ फुल फॉर्म होंदी है डिजिटल वर्सेटाइल डिस्क। ਉਹ ਇਹਦੇ ਵਿੱਚ ਡਾਟਾ ਕਿਸ ਫਾਰਮ ਵਿੱਚ ਸਟੋਰ ਹੁੰਦਾ ਜੀ, ਇਹਦੇ ਵਿੱਚ ਡਾਟਾ ਹੁੰਦਾ ਡਿਜੀਟਲੀ ਸਟੋਰ 01 ਦੀ ਫਾਰਮ ਦੇ ਵਿੱਚ ਸਟੋਰ ਹੁੰਦਾ। The process of changing the software version from old to new is known as। ਜਦੋਂ ਆਪਾਂ ਕੋਈ ਪੁਰਾਣਾ ਵਰਜ਼ਨ ਹੈ ਉਹਨੂੰ ਨਵੇਂ 'ਚ ਕਨਵਰਟ ਕਰਦੇ ਆ ਤਾਂ ਉਹਨੂੰ ਕਹਿੰਦੇ ਕੀ ਨੇ, ਉਹਨੂੰ ਕੀ ਕਹਿੰਦੇ ਨੇ ਜੀ ਅਪਗ੍ਰੇਡ ਕਰਨਾ। ਉਹਨੂੰ ਕੀ ਕਹਿੰਦੇ ਨੇ ਅਪਗ੍ਰੇਡ ਕਰਨਾ। ਬਹੁਤ ਇੰਪੋਰਟੈਂਟ ਕੁਐਸਚਨ ਨੇ ਸਾਰੇ ਜਿੰਨੇ ਕਰਵਾ ਰਿਹਾ। ਟੂ ਡਿਸਪਲੇ ਪੇਜ ਵਰਟੀਕਲੀ in MS Word which of the following option is used। देखो दो तरीके ਨਾਲ ਹੁੰਦੇ ਨੇ, ਇੱਕ ਇਹ ਆਹ ਤਰੀਕਾ ਹੁੰਦਾ, ਇੱਕ ਆਹ ਹੁੰਦਾ। ਇਹ ਆਪਾਂ ਕਹਿ ਦਿੰਦੇ ਆ ਹੌਰੀਜ਼ੌਂਟਲੀ, ਇਹਨੂੰ ਆਪਾਂ ਕੀ ਕਹਿੰਦੇ ਆ ਵਰਟੀਕਲੀ। ਸੋ ਆਹ ਜਿਹੜੀ ਹੌਰੀਜ਼ੌਂਟਲੀ ਇਹਨੇ ਕੀ ਪੁੱਛਿਆ ਵਰਟੀਕਲੀ ਕੀ ਹੁੰਦੀ ਹੈ, ਇਹਨੂੰ ਕੀ ਕਹਿੰਦੇ ਆਪਾਂ ਪੋਰਟਰੇਟ। ਜੋ ਹੌਰੀਜ਼ੌਂਟਲੀ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ ਲੈਂਡਸਕੇਪ। ਉਹਨੇ वर्टिकली पूछा, सो अपना आंसर क्या आ जाएगा पोर्ट्रेट। ओके, विच ऑप्शन यू विल चूज टू इंक्रीज द फॉन्ट साइज इन MS वर्ड। कोई भी फॉन्ट है साइज बढ़ाने लिए आप की यूज करते हैं Ctrl+Shift+ आ वाला साइन। ओके, Ctrl+Shift+ लेस देन। ओके, विच नैटवर्क विल बी यूज्ड टू कनैक्ट कंप्यूटर इन अ बिल्डिंग। एक बिल्डिंग दे विच कंप्यूटर कनैक्ट करने नूं आपां किहड़ा नैटवर्क यूज करते हैं, आपां करते हैं लैन की फुल फॉर्म की है लोकल एरिया नैटवर्क। मैन दी की है मैट्रोपॉलिटन एरिया नैटवर्क। वैन दी की है वाइड एरिया नैटवर्क। आप पूरा डिस्कस करांगे जब आप इस चैप्टर तक पहुंचे। पैन दी की है पर्सनल एरिया नैटवर्क। ये इन्हां दी फुल फॉर्म्स ने। विच वाज द फर्स्ट कमर्शियल कंप्यूटर। सब तो पहला कमर्शियल कंप्यूटर किहड़ा सी, सब तो पहला कमर्शियल कंप्यूटर सी यूनीवैक। ਹੁਣ ਤੁਸੀਂ ਥੱਲੇ ਕਮੈਂਟ ਦੇ ਵਿੱਚ ਇਹਦੀ ਫੁੱਲ ਫਾਰਮ ਲਿਖਣੀ ਹੈ, ਇਹਦੀ ਫੁੱਲ ਫਾਰਮ ਕੀ ਹੈ यूनीवैक ਦੀ। ਓਕੇ, ਦ ਫਾਦਰ ਆਫ ਪਰਸਨਲ ਕੰਪਿਊਟਰ। ਪਰਸਨਲ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਗਿਆ ਹੈ, ਪਰਸਨਲ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਗਿਆ ਹੈ ਐਡ ਰੋਬਰਟ ਨੂੰ। ਤੇ ਜੋ ਕੰਪਿਊਟਰ ਹੈ ਫਾਦਰ ਆਫ ਕੰਪਿਊਟਰ ਕਿਹਨੂੰ ਕਿਹਾ ਗਿਆ ਹੈ ਚਾਰਲਸ ਬੇਬੇਜ ਨੂੰ। ਫਾਦਰ ਆਫ ਪਰਸਨਲ ਕੰਪਿਊਟਰ ਕਿਹਨੂੰ ਕਿਹਾ ਗਿਆ ਐਡ ਰੋਬਰਟ ਨੂੰ। ਇਹਦਾ ਡਿਫਰੈਂਸ ਯਾਦ ਰੱਖਿਓ। द फस्ट कंप्यूटर इंट्रोड्यूस्ड इन नेपाल। पहला कंप्यूटर जो नेपाल च इंट्रोड्यूस होया सी वो केड़ा सी IBM 401। इहनूं ध्यान नाल लिखो, एक बारी पेपर च आया होया क्वेश्चन। ओके, केड़ा सी IBM 401। हु इन्वेंटेड द ट्रांजिस्टर। ये किहने बनाया सी जॉन बर्दीन ने। एक्चुअली 3 पर्सन सी, केड़े सी विलियम शॉकले, वाल्टर ते जॉन बर्दीन। ओके, वाल्टर हाउस, ठीक है, ते जॉन बर्दीन। किते किते पूछ लेंदे ने कित्थे बनया सी, ये बनया सी बेल लैबोरेटरी दे विच, बेल लैबोरेटरीज दे विच बनया सी ये। विच ऑफ दीज इज नॉट ऑन द नंबर ऑफ कीबोर्ड। नुमैरिक कीबोर्ड के उत्ते मतलब नंबर कीबोर्ड के उत्ते इन्हां विचों किहड़ा शब्द नहीं होंदा डिलीट होंदा जी, एंटर होंदा, नंबर लॉक होंदा, किहड़ा शब्द नहीं होंदा कंट्रोल नहीं होंदा। ठीक है, मान लो अपने कोल कीबोर्ड था एक कंट्रोल इत्थे होंदा, एक कंट्रोल इत्थे होंदा, नुमैरिक कीबोर्ड इत्थे होंदा। सो ये नुमैरिक कीबोर्ड दे विच नहीं होंदा किहड़ा शब्द कंट्रोल। नैक्सट है अपने कोल जी विच पार्ट ऑफ कंप्यूटर डिस्प्ले द वर्क डन। कोई भी काम हो गया तो सब तो पहला वो किहड़ा पार्ट दिखाता है कंप्यूटर का मॉनीटर। वो कंप्यूटर आपां नूं कोई भी काम हो गया तो सब तो पहला कौन दिखाऊगा मॉनीटर।
ਵਿਚ ਸਾਈਡ ਆਫ ਦ ਕਰੈਕਟਰ ਵਿਲ ਬੀ ਰਿਮੂਵਡ ਵੈਨ ਪ੍ਰੈਸਿੰਗ ਡਿਲੀਟ ਕੀ ਇਨ ਦ ਕੀਬੋਰਡ। ਦੇਖੋ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਜਦੋਂ ਆਪਾਂ ਡਿਲੀਟ ਕੀ ਦੱਬਦੇ ਆ, ਮੰਨ ਲਓ ਆਪਣਾ ਕਰਸਰ ਉਰੇ ਹੈ ਮੰਨ ਲਓ ਆਪਣਾ ਕਰਸਰ, ਜਦੋਂ ਆਪਾਂ ਡਿਲੀਟ ਕੀ ਦੱਬਦੇ ਆ ਤਾਂ ਕਿਹੜੇ ਸਾਈਡ ਵਾਲਾ ਜੋ ਵਰਡ ਹੈ ਉਹ ਡਿਲੀਟ ਹੋਊਗਾ। ਸੋ ਆਹ ਵਾਲਾ ਵਰਡ ਡਿਲੀਟ ਹੋਊਗਾ, ਠੀਕ ਹੈ, ਉਹਦੇ ਰਾਈਟ ਸਾਈਡ ਵਾਲਾ। ਜੇ ਆਪਾਂ ਬੈਕ ਸਪੇਸ ਦਬਾਂਗੇ ਤਾਂ ਲੈਫਟ ਸਾਈਡ ਵਾਲਾ, ਜੇ ਆਪਾਂ ਡਿਲੀਟ ਦਬਾਂਗੇ ਤਾਂ ਉਹਦੇ ਰਾਈਟ ਸਾਈਡ ਵਾਲਾ। तो आंसर ਕੀ ਆਏਗਾ? ਰਾਈਟ ਸਾਈਡ। ਓਕੇ, ਜਦੋਂ ਆਪਾਂ ਕੋਈ ਵੀ ਡਿਲੀਟ ਕੀ ਦਬਾਂਗੇ ਤਾਂ ਕਿਹੜਾ ਸ਼ਬਦ ਰਿਮੂਵ ਹੋਏਗਾ? ਰਾਈਟ ਵਾਲਾ। ਦ ਫਾਰਮੈਟਿੰਗ ਟੈਕਸਟ ਇਨ MS ਵਰਡ ਇਜ਼ ਕਾਲਡ। MS ਵਰਡ ਵਿੱਚ ਜੋ ਟੈਕਸਟ ਹੁੰਦੇ ਨੇ ਉਹਦੀ ਫਾਰਮੈਟਿੰਗ ਨੂੰ ਕੀ ਕਿਹਾ ਜਾਂਦਾ ਹੈ? ਉਹਦੀ ਫਾਰਮੈਟਿੰਗ ਨੂੰ ਕਿਹਾ ਜਾਂਦਾ ਹੈ ਸਟਾਈਲ, ਠੀਕ ਹੈ। ਫਿਰ ਜਿਹੜਾ ਫੌਂਟ ਹੈ ਉਹ ਸਟਾਈਲ ਦੇ ਅੰਡਰ ਹੀ ਆਉਂਦਾ ਹੈ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਆ ਗਿਆ? ਇਨ MS Excel ਵਟ ਇਜ਼ ਦ ਸ਼ਾਰਟਕਟ ਕੀ ਟੂ ਐਡਿਟ ਦ ਸੈੱਲ। ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ ਸੈੱਲ ਨੂੰ ਐਡਿਟ ਕਰਨ ਲਈ? ਸੋ ਉਹ ਕਿਹੜੀ ਹੈ? F2 ਫੰਕਸ਼ਨ ਕੀ 2 ਸੈਕਿੰਡ ਨੰਬਰ ਤੇ। ਓਕੇ, MS Excel what is the shortcut key to select the entire row। ਸਾਰੀ ਰੋ ਨੂੰ ਦੇਖੋ, ਠੀਕ ਹੈ, entire row ਨੂੰ, ਸਾਰੀ ਰੋ ਨੂੰ ਸਿਲੈਕਟ ਕਰਨ ਲਈ ਕਿਹੜੀ ਕੀ ਵਰਤੀ ਜਾਂਦੀ ਹੈ? ਉਹ ਕਿਹੜੀ ਕੀ ਹੈ? ਸ਼ਿਫਟ ਪਲੱਸ ਸਪੇਸ, ਠੀਕ ਹੈ। ਰੋ ਕੀ ਹੁੰਦੀ ਆ? ਆਹ, ਠੀਕ ਹੈ, ਆ ਜੋ ਬਣਦੀ ਆ ਸਾਰੀਆਂ ਕੀ ਹੁੰਦੀਆਂ ਨੇ? ਰੋਜ਼। ਆ ਕੀ ਹੁੰਦੇ ਨੇ? ਕਾਲਮ। ਸੋ ਇੱਕ ਸਾਰੀ ਰੋ ਨੂੰ ਸਿਲੈਕਟ ਕਰਨ ਲਈ ਕਿਹੜੀ ਯੂਜ਼ ਹੁੰਦੀ ਹੈ? ਸ਼ਿਫਟ ਪਲੱਸ ਸਪੇਸ। ਨੈਕਸਟ ਆਪਣੇ ਕੋਲੇ ਟੂ ਮੂਵ ਟੂ ਦ ਪ੍ਰੀਵੀਅਸ ਵਰਕਸ਼ੀਟ ਵੀ ਪ੍ਰੈਸ। ਪਿਛਲੀ ਵਰਕਸ਼ੀਟ ਵਿੱਚ ਜਾਣ ਲਈ, ਪ੍ਰੀਵੀਅਸ ਮਤਲਬ ਪਿਛਲੀ, ਵਰਕਸ਼ੀਟ ਵਿੱਚ ਜਾਣ ਲਈ ਆਪਾਂ ਕੀ ਦੱਬਦੇ ਆ? ਆਪਾਂ ਕੀ ਦੱਬਦੇ ਆ? ਕੰਟਰੋਲ ਪਲੱਸ ਪੇਜ ਅਪ। ਕੰਟਰੋਲ ਪਲੱਸ ਪੇਜ ਅਪ ਦੱਬ ਕੇ ਆਪਾਂ ਕੀ ਕਰਾਂਗੇ? ਪਿਛਲੀ ਵਰਕਸ਼ੀਟ ਦੇ ਵਿੱਚ ਚਲੇ ਜਾਵਾਂਗੇ। ਓਕੇ, ਫॉर ਮੈਕਸਿਮਮ ਪ੍ਰੈਜੈਂਟੇਸ਼ਨ ਵਿੰਡੋ ਯੂ ਹੈਵ ਟੂ ਪ੍ਰੈਸ। ਉਰੇ ਮੈਕਸਿਮਾਈਜ਼ ਆਏਗਾ, ਸੌਰੀ, ਮੈਕਸਿਮਾਈਜ਼। ਫॉर ਮੈਕਸਿਮਾਈਜ਼ ਪ੍ਰੈਜੈਂਟੇਸ਼ਨ ਵਿੰਡੋ ਯੂ ਹੈਵ ਟੂ ਪ੍ਰੈਸ। ਆਪਾਂ ਕਹਿੰਦਾ ਇੱਕ ਛੋਟੀ ਹੋ ਜਾਂਦੀ ਹੈ, ਇੱਕ ਫਿਰ ਵੱਡੀ ਪੂਰੀ ਸਕਰੀਨ ਤੇ ਆ ਜਾਂਦੀ ਹੈ। ਉਹ ਛੋਟੀ ਤੋਂ ਵੱਡੀ ਹੋਣ ਨੂੰ ਕੀ ਕਹਿੰਦੇ ਨੇ? ਮੈਕਸਿਮਾਈਜ਼ ਕਹਿੰਦੇ ਨੇ। ਸੋ ਉਹਦੇ ਲਈ ਆਪਾਂ ਕੀ ਦੱਬਾਂਗੇ? ਕੰਟਰੋਲ ਪਲੱਸ F10। ਕੰਟਰੋਲ ਪਲੱਸ F10 ਆਪਾਂ ਮਿਨੀਮਾਈਜ਼ ਟੂ ਮੈਕਸਿਮਾਈਜ਼ ਕਰਨ ਲਈ ਯੂਜ਼ ਕਰਦੇ ਆ ਕਿਹਨੂੰ? ਪ੍ਰੈਜੈਂਟੇਸ਼ਨ ਵਿੰਡੋ ਨੂੰ, ਠੀਕ ਹੈ। ਪ੍ਰੈਜੈਂਟੇਸ਼ਨ ਕਿਹਦੇ ਵਿੱਚ ਬਣਦੀ ਹੈ? PPT ਕਿਹਦੇ ਵਿੱਚ ਬਣਦੀ ਹੈ? ਪਾਵਰ ਪੁਆਇੰਟ 'ਚ, ਪਾਵਰ ਪੁਆਇੰਟ ਦੇ ਵਿੱਚ। ਓਕੇ, ਸੋ ਨੈਕਸਟ ਕੁਐਸਚਨ ਆਪਣੇ ਕੋਲੇ ਕੀ ਆਂਦਾ ਹੈ ਕਿ ਸ਼ਾਰਟਕਟ ਫॉर ਇਨਸਰਟ ਕਰੰਟ ਡੇਟ ਇਨ MS ਵਰਡ, ਠੀਕ ਹੈ। MS ਵਰਡ ਦੇ ਵਿੱਚ ਜਦੋਂ ਕਰੰਟ ਡੇਟ ਪਾਣੀ ਤਾਂ ਆਪਾਂ ਕੀ ਯੂਜ਼ ਕਰਾਂਗੇ? ਆਪਾਂ ਕੀ ਯੂਜ਼ ਕਰਾਂਗੇ? Alt ਪਲੱਸ ਸ਼ਿਫਟ ਪਲੱਸ D, ਠੀਕ ਹੈ। Alt ਪਲੱਸ ਸ਼ਿਫਟ ਪਲੱਸ D ਕਿਸ ਲਈ ਹੁੰਦਾ? ਇਹ ਡੇਟ ਇਨਸਰਟ ਕਰਨ ਲਈ ਹੁੰਦਾ। ਸੋ ਇਹਦਾ ਆਨਸਰ ਤਾਂ ਇਹ ਹੋ ਗਿਆ। ਬਟ T ਕਾਹਦੇ ਲਈ ਹੁੰਦਾ? T ਹੁੰਦਾ ਕਰੰਟ ਟਾਈਮ, ਠੀਕ ਹੈ। ਕਰੰਟ ਟਾਈਮ ਕਿਹਦੇ ਵਿੱਚ? MS ਵਰਡ ਦੇ ਵਿੱਚ, ਠੀਕ ਹੈ, MS ਵਰਡ ਦੇ ਵਿੱਚ। ਉਦੋਂ ਬਾਅਦ ਆਪਾਂ ਐਕਸਲ ਦੀ ਗੱਲ ਕਰੀਏ ਤਾਂ ਐਕਸਲ ਦੇ ਵਿੱਚ ਕੰਟਰੋਲ ਪਲੱਸ ਇਹਨੂੰ ਕਹਿੰਦੇ ਨੇ ਸੈਮੀ ਕੋਲਨ। ਇਹ ਕੀ ਹੈ? ਸੈਮੀ ਕੋਲਨ। ਸੈਮੀ ਕੋਲਨ ਇਹ ਕਿਹਦੇ ਵਿੱਚ ਹੁੰਦਾ? ਐਕਸਲ ਦੇ ਵਿੱਚ ਡੇਟ ਐਂਟਰ ਕਰਨ ਲਈ। ਆਹ ਕਾਹਦੇ ਲਈ ਹੁੰਦਾ? ਐਕਸਲ ਦੇ ਵਿੱਚ ਕਰੰਟ ਟਾਈਮ ਐਂਟਰ ਕਰਨ ਲਈ, ਠੀਕ ਹੈ। ਧਿਆਨ ਨਾਲ ਦੇਖਿਓ, ਇਹ ਦੋਨੇ ਨੇ ਵਰਡ ਦੇ, ਇਹ ਦੋਨੇ ਨੇ ਐਕਸਲ ਦੇ। ਇਹ ਵਰਡ ਵਿੱਚ ਡੇਟ ਕਰਨ ਲਈ, ਡੇਟ ਐਂਟਰ, ਕਰੰਟ ਡੇਟ ਐਂਟਰ ਕਰਨ ਲਈ, ਕਰੰਟ ਟਾਈਮ ਐਂਟਰ ਕਰਨ ਲਈ। ਇਹ ਐਕਸਲ ਦੇ ਵਿੱਚ ਕਰੰਟ ਡੇਟ ਐਂਟਰ ਕਰਨ ਲਈ ਤੇ ਐਕਸਲ ਦੇ ਵਿੱਚ ਕਰੰਟ ਟਾਈਮ ਐਂਟਰ ਕਰਨ ਲਈ। ਓਕੇ, ਨੈਕਸਟ ਹੈ ਥੀਸਸ ਟੂਲ ਇਨ MS ਵਰਡ ਇਜ਼ ਯੂਜ਼ਡ ਫॉर। ਜੋ ਇਹ ਟੂਲ ਹੈ ਇਹ ਕਿਸ ਲਈ ਯੂਜ਼ ਹੁੰਦਾ? MS ਵਰਡ ਦੇ ਵਿੱਚ ਸਪੈਲਿੰਗ ਸੁਜੈਸ਼ਨ ਲਈ ਨਹੀਂ, ਇਹ ਹੁੰਦਾ ਜੀ ਸਿਨੋਨੀਅਮ ਤੇ ਐਂਟੋਨੀਅਮ ਵਰਡਸ ਲਈ, ਠੀਕ ਹੈ। ਜਦੋਂ ਆਪਾਂ ਵਿੰਡੋ ਖੋਲਦੇ ਤਾਂ ਇੱਥੇ ਸਾਈਡ ਤੇ ਇੱਕ ਬਣਿਆ ਹੋਇਆ ਆ ਜਾਂਦਾ ਥੀਸਸ ਲਈ। ਸੋ ਉੱਥੇ ਆਪਾਂ ਐਂਟੋਨੀਅਮ ਤੇ ਸਿਨੋਨੀਅਮ ਵਰਡਸ ਲੱਭ ਸਕਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ? ਥੀਸਸ ਟੂਲ। ਹਾਊ ਮੈਨੀ ਕਾਲਮ ਕੈਨ ਯੂ ਇਨਸਰਟ ਇਨ ਅ ਵਰਡ ਡਾਕੂਮੈਂਟ। ਇੱਕ ਵਰਡ ਡਾਕੂਮੈਂਟ ਦੇ ਵਿੱਚ ਤੁਸੀਂ ਕਿੰਨੇ ਕਾਲਮ ਇਨਸਰਟ ਕਰ ਸਕਦੇ ਹੋ? ਤਾਂ ਇਹਦਾ ਨੰਬਰ ਕਿੰਨਾ ਹੈ ਜੀ? 63, ਠੀਕ ਹੈ। ਇੱਕ ਵਰਡ ਡਾਕੂਮੈਂਟ ਦੇ ਵਿੱਚ ਤੁਸੀਂ ਕਿੰਨੇ ਕਾਲਮ ਕਰ ਸਕਦੇ ਹੋ? 63। ਵਿਚ ਕੀ ਸ਼ੁੱਡ ਬੀ ਪ੍ਰੈਸਡ ਟੂ ਸਟਾਰਟ ਅ ਨਿਊ ਪੈਰਾਗ੍ਰਾਫ ਇਨ MS ਵਰਡ। ਇੱਕ ਨਵਾਂ ਪੈਰਾਗ੍ਰਾਫ ਸਟਾਰਟ ਕਰਨ ਲਈ ਤੁਸੀਂ ਕੀ ਯੂਜ਼ ਕਰਦੇ ਹੋ? ਸੋ ਕੀ ਯੂਜ਼ ਕਰਾਂਗੇ ਜੀ ਆਪਾਂ? ਐਂਟਰ ਕੀ, ਠੀਕ ਹੈ। ਐਂਟਰ ਤੋਂ ਬਾਅਦ ਹੀ ਆਪਾਂ ਨਵਾਂ ਪੈਰਾਗ੍ਰਾਫ ਸ਼ੁਰੂ ਕਰ ਸਕਦੇ ਹਾਂ। ਓਕੇ, ਐਂਟਰ ਕੀ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ? ਇਨ MS ਵਰਡ ਸ਼ਾਰਟਕਟ ਕੀ ਕੰਟਰੋਲ ਪਲੱਸ W। ਕੰਟਰੋਲ ਪਲੱਸ W ਇਜ਼ ਯੂਜ਼ਡ ਟੂ, ਕਿਸ ਲਈ ਵਰਤੀ ਜਾਂਦੀ ਹੈ ਜੀ ਇਹ? ਟੂ ਕਲੋਜ਼ ਦ ਕਰੰਟ ਵਿੰਡੋ। ਕੋਈ ਵੀ ਕਰੰਟ ਵਿੰਡੋ ਹੈ ਜਿਹੜੀ ਤੁਹਾਡੀ, ਉਹਨੂੰ ਕਲੋਜ਼ ਕਰਨ ਲਈ ਆਪਾਂ ਕੀ ਯੂਜ਼ ਕਰਦੇ ਆ? ਕੰਟਰੋਲ ਪਲੱਸ
W, कंट्रोल प्लस W। नैक्सट अपने को की है जी मैक्सिमम नंबरस ऑफ लाइन यू कैन सैट फॉर अ ड्रॉप कैप। हुण ड्रॉप कैप की हुंदा है? ड्रॉप कैप तुसीं एक बुक्स दे विच पढ़िया होगा कि फस्ट जो लैटर उहनूं वड्डा कर दिंदे ने, बाकी लैटर छोटे हो जाते हैं, उहनूं की कहने ड्रॉप कैप। सो इहदियां मिनिमम कितनियां होंदियां ने? 3 लाइन्स कवर करदा, बट मैक्सिमम कितनियां लाइन्स कवर करदा है? 10 लाइन्स। मैक्सिमम कितनियां लाइन्स कवर करदा है? 10 लाइन्स। मैक्सिमम फॉन्ट साइज यू कैन अप्लाई फॉर एनी कैरेक्टर इन MS वर्ड। MS वर्ड दे विच मैक्सिमम फॉन्ट साइज किसी कैरेक्टर ते कितना ला सकते हैं? 1638। बहुत इंपॉर्टेंट क्वेश्चन है, नोट कर लो। विच ऑफ द फॉलोइंग इज द स्प्रैडशीट प्रोग्राम। आप स्प्रैडशीट प्रोग्राम किस किस विच बनाने? MS वर्ड विच डॉक्यूमेंट बनता है, पावर पॉइंट च PPT बनती है, MS एक्सेल दे विच की बनता है? स्प्रैडशीट बनती है। ओके, एक्सेल दे विच की स्प्रैडशीट, एक्सेस दे विच डाटाबेस बनता है। ठीक है, सो अपना आंसर क्या आएगा? MS एक्सेल। कंट्रोल प्लस M, जो कंट्रोल प्लस M है इन पावर पॉइंट शॉर्टकट कीज यूज टू, कादे लिए यूज किया जाता है जी? ये कंट्रोल प्लस M सेव द डॉक्यूमेंट नहीं जी, कंट्रोल प्लस S यूज होता है। ठीक है, सो क्रिएट न्यू स्लाइड। देखो आपको पता है भी पावर पॉइंट दे की बनदियां ने? स्लाइड्स बनदियां ने। तो एक स्लाइड तो दूजी स्लाइड्स बनाने लई की यूज करते हैं शॉर्टकट दे विच? कंट्रोल प्लस M। नैक्सट अपने को F12, बाय प्रेसिंग F12 विच ऑफ द फॉलोइंग विल हैपन। ਇਹਦੇ ਵਿੱਚੋਂ ਕੀ ਹੁੰਦਾ? ਉਹਦੇ ਵਿੱਚੋਂ ਕੀ ਆਂਦਾ ਜੀ? ਸੇਵ ਐਜ਼ ਡਾਇਲੌਗ ਬਾਕਸ ਓਪਨ ਹੁੰਦਾ। ਸੇਵ ਐਜ਼, ਠੀਕ ਹੈ, ਸੇਵ ਤੇ ਸੇਵ ਐਜ਼ 'ਚ ਕੀ ਫਰਕ ਹੈ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਪੜ੍ਹ ਚੁੱਕੇ ਹਾਂ। ਓਕੇ, ਇਹਦੇ ਨਾਲ ਕੀ ਓਪਨ ਹੋਊਗਾ? ਸੇਵ ਐਜ਼ ਦਾ ਬਾਕਸ। ऑन एक्सेल शीट द एक्टिव सैल इंਡੀਕੇਟਡ बाय, जो एक्टिव सैल है वो किस तरीके नाल इंਡੀਕੇਟ किया जाता है? किहदे विच? MS एक्सेल दे विच। ठीक है, MS एक्सेल शीट दे विच द एक्टिव सैल इंਡੀਕੇਟਡ बाय द डार्क वाइट बॉर्डर। ठीक है, डार्क वाइट बॉर्डर का मतलब की है? एक मान लो सैल है तो आ जो चीज़ है डार्क हो जूगी। ठीक है, आ की चीज़ है ये डार्क हो जूगी। इत्थों की पता लगता भी आप इस सैल ते काम कर रहे हैं, जिस सैल ते काम करते हैं उन्होंने आप की कहने? एक्टिव सैल। नैक्सट क्वेश्चन अपने को की आता है कि अ वैल्यू यूज्ड इन फॉर्मूला दैट डज नॉट चेंज इज कॉल्ड। कोई भी वैल्यू है फॉर्मूले दे विच जो चेंज कदे भी नहीं होंदी, उन्होंने की कहने? आप कॉन्सटेंट। उन्होंने आप की कहने? कॉन्सटेंट। आप जिवें कहंदे नहीं, मान लो X, तो X की वैल्यू कुछ भी हो सकती है, पर जब आप लिखी 2 दिता तो 2 कुछ भी नहीं बदल सकता। सो वैल्यू जो चेंज ना होंदी उन्होंने की कहने? आप कॉन्सटेंट। इन एक्सेल गिविंग सैल रेंज, जो आप सैल रेंज दसनी हो, मान लो आपने A1 तो लैके A9 तक जाना है, तो आप विचाले जो सैल ने उन्होंने एड्रैस नहीं लिखना, तो आप A1 तो आ साइन पा दें। ठीक है, A9 तक। एक किहदे लई यूज हुंदा? ये रेंज लई यूज हुंदा। रेंज लई किहड़ा साइन यूज हुंदा? आ वाला। इहनूं की कहंदे ने? कॉलन। इहनूं की कहंदे ने? कॉलन। ये रेंज लई यूज हुंदा। ओके, एक कई बार पूछ लेंदे ने कि जो एक्सेल दे विच कोई भी फॉर्मूला स्टार्ट कित्थों होंदा? इक्वल टू तो स्टार्ट होंदा। कोई भी फार्मूला स्टार्ट कित्थों होंदा? इक्वल टू तो स्टार्ट होंदा। विच फंक्शन डिस्प्ले रो डाटा इन कॉलम और कॉलम इन रो। मान लो कोई भी डाटा इस तरीके नाल दिखाया गया, उन्होंने इस तरीके नाल दिखाता, जो इस तरीके नाल दिखाया गया उन्होंने इस तरीके नाल दिखाता। ठीक है, रो नू कॉलम च, कॉलम नू रो च कन्वर्ट करन नू की कहंदे ने जी? ट्रांसपोज। उन्होंने की कहंदे ने? ट्रांसपोज। ओके, स्पेशल इफेक्ट यूज टू इंट्रोड्यूस स्लाइड इन अ प्रेजेंटेशन इज आर नोन एज। देखो, स्पेशल इफेक्ट यूज टू इंट्रोड्यूस स्लाइड्स इन अ प्रेजेंटेशन आर नोन एज। कोई भी स्लाइड्स दे विच आपां की है? एक स्लाइड तो दूजी स्लाइड, दूजी तो तीजी, इन्हां विच दिखाउण लई जिहड़ा भी यूज हुंदा उहनूं की कहने? आपां उहनूं आपां की कहने? ट्रांजिशन। उहनूं आपां की कहने? ट्रांजिशन। एनीमेशन की हुंदा? एनीमेशन हुंदा भी एक जो शीट स्लाइड के उत्ते आ गए, उहदे उत्ते जो ऑब्जैक्ट्स पे ने उन्होंने दिखाउण नूं की कहंदे ने? एनीमेशन। जो एक स्लाइड तो दूजी स्लाइड से मूव करदे आ उहनूं की कहंदे ने? ट्रांजिशन। स्लाइड सॉर्टर कैन बी एक्सेस्ड फ्रॉम विच मीनू। जो स्लाइड सॉर्टर आई वो किस मीनू दे विच हुंदा? वो हुंदा व्यू मीनू दे विच। ठीक है, व्यू दे विच जो स्लाइड शो हुंदा वो भी किस विच हुंदा? व्यू मीनू दे विच हुंदा। ठीक है, स्लाइड सॉर्टर। जो स्लाइड सॉर्टर हुंदा जो अपनी स्लाइड्स ने वो कुछ इस तरीके दी बन के आ जांदियां ने, आपां सॉर्ट करनियां ने भी अगे पिछे किहड़ी करनी है, उहदे लई आपां स्लाइड सॉर्टर व्यू यूज करते हैं। A file which contained ready-made style that can be used for a presentation is called।
ਜਿਹੜੀ ਫਾਈਲ ਜਿਹਦੇ ਵਿੱਚ ਰੈਡੀਮੇਡ ਸਟਾਈਲ ਹੁੰਦੇ ਨੇ ਆਪਾਂ ਉਹ ਯੂਜ਼ ਕਰ ਲੈਣਾ, ਠੀਕ ਹੈ। ਕੋਈ ਵੀ ਰੈਡੀਮੇਡ ਸਟਾਈਲ ਆਪਾਂ ਯੂਜ਼ ਕਰ ਲੈਂਦੇ ਆ, ਉਹਨੂੰ ਕੀ ਕਹਿੰਦੇ ਨੇ ਪ੍ਰੈਜੈਂਟੇਸ਼ਨ ਦੇ ਵਿੱਚ? ਉਹਨੂੰ ਕਹਿੰਦੇ ਨੇ ਟੈਂਪਲੇਟ। ਉਹਨੂੰ ਕੀ ਕਹਿੰਦੇ ਨੇ? ਟੈਂਪਲੇਟ। ਜਿਹੜੀ ਪਹਿਲਾਂ ਤੋਂ ਹੀ ਬਣੀ ਬਣਾਈ ਕੋਈ ਫਾਰਮੈਟ ਆਪਾਂ ਯੂਜ਼ ਕਰ ਰਹੇ ਹਾਂ ਉਹਨੂੰ ਆਪਾਂ ਟੈਂਪਲੇਟ ਕਹਿੰਦੇ ਆ। Excel uniquely identifies cell with a worksheet within a cell name. Excel uniquely identifies cells within a worksheet within a cell name। ਹੁਣ cell name ਕਿਸ ਤਰੀਕੇ ਦਾ ਹੁੰਦਾ ਹੈ? cell name ਨਹੀਂ ਜੀ। ਕਾਲਮ ਨੰਬਰ ਹੁੰਦੇ ਨੇ ਐਂਡ ਰੋ ਲੈਟਰ ਹੁੰਦੇ ਨੇ? ਨਹੀਂ। ਕੀ ਹੁੰਦੇ ਨੇ ਆਪਣੇ ਕੋਲ? ਕਾਲਮ ਲੈਟਰ ਤੇ ਰੋ ਨੰਬਰ। ਆਪਾਂ ਕਹਿੰਦੇ ਨਾ A2, ਸੋ ਆ ਕੀ ਹੈ? ਕਾਲਮ ਲੈਟਰ। ਆ ਕੀ ਹੈ? ਰੋ ਨੰਬਰ, ਠੀਕ ਹੈ। ਕਾਲਮ ਦੇ ਵਿੱਚ ਲੈਟਰ ਹੁੰਦੇ ਨੇ ਤੇ ਰੋ ਦੇ ਵਿੱਚ ਨੰਬਰ ਹੁੰਦੇ ਨੇ। ਇੱਕ ਤਰੀਕੇ ਨਾਲ ਇਹ ਪੁੱਛਿਆ ਗਿਆ ਵੀ ਜੋ ਵੀ ਸੈੱਲ ਨੇਮ ਉਹਦਾ ਕਿਸ ਤਰੀਕੇ ਦਾ ਐਡਰੈਸ ਹੁੰਦਾ? ਸੋ ਕਾਲਮ ਦੇ ਲੈਟਰ ਹੁੰਦੇ ਨੇ ਤੇ ਰੋ ਦੇ ਨੰਬਰ ਹੁੰਦੇ ਨੇ। ਸ਼ਾਰਟਕਟ ਫॉर ਸਬਸਕ੍ਰਿਪਟ। ਸਬਸਕ੍ਰਿਪਟ ਦਾ ਜੋ ਸ਼ਾਰਟਕਟ ਹੈ ਉਹ ਕੀ ਹੈ? ਸੋ ਸਬਸਕ੍ਰਿਪਟ ਦਾ ਸ਼ਾਰਟਕਟ ਕੀ ਹੈ? ਕੰਟਰੋਲ ਪਲੱਸ ਇਕੁਅਲ ਟੂ। ਓਕੇ, ਜੋ ਸਬਸਕ੍ਰਿਪਟ ਦਾ ਹੈ ਉਹ ਕੀ ਹੈ? ਕੰਟਰੋਲ ਪਲੱਸ ਇਕੁਅਲ ਟੂ। ਇਹ ਸ਼ਾਰਟਕਟ ਹੈ ਸਬਸਕ੍ਰਿਪਟ ਦਾ। ਓਕੇ, ਨੈਕਸਟ ਆਪਣੇ ਕੋਲੇ ਵਿੱਚ ਸ਼ੋਜ਼ ਦ ਫਾਈਲ ਨੇਮ। ਫਾਈਲ ਨੇਮ ਕਿਹੜਾ ਦਿਖਾਉਂਦਾ? ਟਾਈਟਲ ਬਾਰ। ਟਾਈਟਲ ਬਾਰ ਕੀ ਦਿਖਾਉਂਦੀ ਆ? ਫਾਈਲ ਨੇਮ। ਤੁਸੀਂ ਕੋਈ ਵੀ ਚੀਜ਼ ਓਪਨ ਕਰਦੇ ਹੋ ਸਭ ਤੋਂ ਉੱਪਰ ਇੱਕ ਹੁੰਦਾ ਟਾਈਟਲ ਬਾਰ। ਇਹਦੇ ਵਿੱਚ ਉਰੇ ਜੇ ਕੀ ਲਿਖਿਆ ਹੁੰਦਾ? ਫਾਈਲ ਦਾ ਨੇਮ ਵੀ ਜਿਹਦੇ ਉੱਤੇ ਆਪਾਂ ਕੰਮ ਕਰ ਰਹੇ ਹਾਂ। ਨੈਕਸਟ ਆਪਣੇ ਕੋਲੇ ਜੀ ਫੌਂਟ ਟਾਈਪ, ਫੌਂਟ ਸਾਈਜ਼, ਬੋਲਡ, ਅੰਡਰਲਾਈਨ, ਬੁਲੇਟਸ, ਅਲਾਈਨਮੈਂਟ, ਡਿਸਪਲੇ ਔਨ। ਇਹ ਕਿਹਦੇ ਵਿੱਚ ਹੁੰਦੀਆਂ ਨੇ ਜੀ? ਇਹ ਫਾਰਮੈਟਿੰਗ ਟੂਲ ਬਾਰ ਦੇ ਵਿੱਚ। ਕਿਹਦੇ ਵਿੱਚ ਹੁੰਦੀਆਂ ਨੇ ਇਹ? ਫਾਰਮੈਟਿੰਗ। ਆਪਾਂ ਟੈਕਸਟ ਨੂੰ ਫਾਰਮੈਟ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ, ਉਹਨੂੰ ਕੀ ਕਹਿੰਦੇ ਆ ਆਪਾਂ? ਫਾਰਮੈਟਿੰਗ ਟੂਲ ਬਾਰ। ਨੈਕਸਟ ਆਪਣੇ ਕੋਲ ਜੀ ਸ਼ਾਰਟਕਟ ਫॉर ਪ੍ਰਿੰਟ ਪ੍ਰੀਵਿਊ। ਪ੍ਰਿੰਟ ਪ੍ਰੀਵਿਊ ਲਈ ਆਪਾਂ ਸ਼ਾਰਟਕਟ ਕਿਹੜਾ ਯੂਜ਼ ਕਰਦੇ ਆ? ਕੰਟਰੋਲ ਪਲੱਸ F2। ਕੰਟਰੋਲ ਪਲੱਸ F2 ਆਪਾਂ ਕਾਹਦੇ ਲਈ ਯੂਜ਼ ਕਰਦੇ ਆ? ਪ੍ਰਿੰਟ ਪ੍ਰੀਵਿਊ ਲਈ। ਪ੍ਰਿੰਟ ਪ੍ਰੀਵਿਊ ਲਈ। ਨੈਕਸਟ ਆਪਣੇ ਕੋਲੇ ਨਿਊ ਡਾਟਾਬੇਸ ਕ੍ਰੀਏਟਡ ਇਨ MS ਐਕਸੈਸ ਹੈਜ਼ ਅ ਡਿਫਾਲਟ ਟੇਬਲ ਨੇਮ। ਦੇਖੋ ਇੱਥੇ ਟੇਬਲ ਨੇਮ ਹੈ, ਠੀਕ ਹੈ, ਡਾਟਾਬੇਸ ਨੇਮ ਨਹੀਂ ਹੈਗਾ। ਸੋ ਟੇਬਲ ਨੇਮ ਕੀ ਹੋਊਗਾ? ਟੇਬਲ 1, ਠੀਕ ਹੈ। ਧਿਆਨ ਦਿਓ, ਇੱਕ ਡਾਟਾਬੇਸ ਦੇ ਵਿੱਚ ਟੇਬਲ ਦਾ ਡਿਫਾਲਟ ਨੇਮ ਕੀ ਹੁੰਦਾ? ਟੇਬਲ 1 ਹੁੰਦਾ। What can be created help easy data entry in MS Access table। ਕੋਈ ਵੀ ਡਾਟਾ ਐਂਟਰੀ ਕਰਨ ਲਈ ਐਕਸੈਸ ਦੇ ਵਿੱਚ ਆਪਾਂ ਸਭ ਤੋਂ ਈਜ਼ੀ ਵੇ ਕਿਹੜਾ ਰਹਿੰਦਾ ਆਪਣਾ? ਸਭ ਤੋਂ ਈਜ਼ੀ ਵੇ ਕੀ ਰਹਿੰਦਾ ਆਪਣੇ ਕੋਲੇ? ਫਾਰਮ। ਫਾਰਮ ਆਪਣੇ ਕੋਲ ਸਭ ਤੋਂ ਈਜ਼ੀ ਵੇ ਹੈ ਇੱਕ ਡਾਟਾਬੇਸ ਦੇ ਵਿੱਚ ਡਾਟਾ ਐਂਟਰ ਕਰਵਾਉਣ ਲਈ। ਫਾਰਮ ਕੀ ਹੁੰਦਾ ਹੈ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆਪਣੇ ਕੋਲੇ ਵਟ ਇਜ਼ ਦਾ ਐਕਸਪੈਂਸ਼ਨ ਆਫ OLE। ਵਟ ਇਜ਼ ਦਾ ਐਕਸਪੈਂਸ਼ਨ ਆਫ OLE। OLE ਦੀ ਫੁੱਲ ਫਾਰਮ ਕੀ ਹੈ? ਆਬਜੈਕਟ ਲਿੰਕਿੰਗ ਐਂਡ ਐਮਬੀਡਿੰਗ। ਆਬਜੈਕਟ ਲਿੰਕਿੰਗ ਐਂਡ ਐਮਬੀਡਿੰਗ। ਨੈਕਸਟ ਆਪਣੇ ਕੋਲੇ ਵਿਚ ਆਫ ਦਾ ਫੋਲੋਇੰਗ ਡਾਟਾਬੇਸ ਆਬਜੈਕਟ ਹੋਲਡ ਡਾਟਾ। ਜੋ ਡਾਟਾ ਹੈ ਉਹ ਕਿਹਦੇ ਵਿੱਚ ਰਹਿੰਦਾ? ਉਹ ਹਮੇਸ਼ਾ ਟੇਬਲਸ ਦੇ ਵਿੱਚ ਰਹਿੰਦਾ ਹੈ। ਡਾਟਾ ਹੈ ਟੇਬਲਸ ਦੇ ਵਿੱਚ ਰਹਿੰਦਾ ਔਰ ਫਾਰਮ ਦੇ ਵਿੱਚ ਨਹੀਂ ਰਹਿੰਦਾ ਜੀ, ਠੀਕ ਹੈ। ਰਿਪੋਰਟ ਕੀ ਹੁੰਦੀ ਹੈ? ਇੱਕ ਬਹੁਤ ਸਾਰੇ ਡਾਟੇ ਦੀ ਕਲੈਕਸ਼ਨ ਜਿਹੜੀ ਆਪਾਂ ਨੇ ਅਖੀਰ ਤੇ ਸਬਮਿਟ ਕਰਾਉਣੀ ਆ ਉਹਨੂੰ ਆਪਾਂ ਕੀ ਕਹਿੰਦੇ ਆ? ਰਿਪੋਰਟ। ਸੋ ਜਿਹੜਾ ਹੋਲਡ ਕਰਦਾ ਡਾਟਾ ਡਾਟਾਬੇਸ ਦੇ ਵਿੱਚ ਉਹ ਕੌਣ ਕਰਦਾ ਹੈ? ਟੇਬਲ ਕਰਦਾ ਹੈ। ਸਭ ਤੋਂ ਪਹਿਲਾਂ ਆਪਣੇ ਕੋਲੇ ਫਸਟ ਕੁਐਸਚਨ ਕੀ ਆਉਂਦਾ ਹੈ? ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ time period during which a computer is not operating correctly due to machine failure। ਹੁਣ ਪਹਿਲਾ ਕੁਐਸਚਨ ਸਮਝਾਂਗੇ ਆਪਾਂ ਕੁਐਸਚਨ ਕਹਿ ਕੀ ਰਿਹਾ। ਓਕੇ, ਪਹਿਲਾਂ ਆਪਾਂ ਕੁਐਸਚਨ ਸਮਝਾਂਗੇ ਕੁਐਸਚਨ ਕੀ ਕਹਿ ਰਿਹਾ ਵੀ ਉਹ ਕੀ ਕਿਹੜਾ ਟਾਈਮ ਹੁੰਦਾ ਜਦੋਂ ਮਸ਼ੀਨ ਪ੍ਰੋਪਰਲੀ ਵਰਕ ਨਹੀਂ ਕਰਦੀ। ਇੱਥੇ ਮਸ਼ੀਨ ਦਾ ਮਤਲਬ ਕੀ ਹੈ? ਕੰਪਿਊਟਰ, ਠੀਕ ਹੈ। ਜਦੋਂ ਕੰਪਿਊਟਰ ਪ੍ਰੋਪਰਲੀ ਵਰਕ ਨਹੀਂ ਕਰਦਾ ਉਹਨੂੰ ਕੀ ਕਹਿੰਦੇ ਨੇ? ਅਪ ਟਾਈਮ ਨਹੀਂ ਕਹਿੰਦੇ, ਰਿਸਪੌਂਸ ਟਾਈਮ ਨਹੀਂ ਕਹਿੰਦੇ, ਰਨ ਟਾਈਮ ਨਹੀਂ ਕਹਿੰਦੇ, ਉਹਨੂੰ ਕੀ ਕਹਿੰਦੇ ਨੇ? ਡਾਊਨ ਟਾਈਮ। ਸੋ ਇਹਦਾ ਆਨਸਰ ਆਪਣੇ ਕੋਲ ਕੀ ਹੋ ਜਾਏਗਾ? ਡਾਊਨ ਟਾਈਮ। ਸਭ ਨੇ ਇੱਕ ਵਾਰੀ ਕੁਐਸਚਨ ਪੜ੍ਹ ਕੇ ਜਿਹਨੂੰ ਜਿੰਨੀ ਜਲਦੀ ਪਤਾ ਲੱਗੇ ਥੱਲੇ ਕਮੈਂਟ ਕਰਨਾ ਤੇ ਆਪਣੇ ਆਪ ਨੂੰ ਨੰਬਰ ਦੇਣੇ ਤੁਹਾਨੂੰ ਕਿੰਨੇ ਨੰਬਰ ਆਉਂਦੇ ਨੇ। ਓਕੇ, ਸੋ ਇੱਥੇ ਇੱਕ ਹੋਰ ਟਰਮ ਹੈ ਰਿਸਪੌਂਸ ਟਾਈਮ। ਰਿਸਪੌਂਸ ਟਾਈਮ ਉਹ ਹੁੰਦਾ ਹੈ ਵੀ ਜਿੰਨੀ ਛੇਤੀ ਆਪਣਾ ਕੰਪਿਊਟਰ ਰਿਸਪੌਂਸ ਕਰਦਾ ਕਿਸੇ ਵੀ ਇੰਸਟਰਕਸ਼ਨ ਦਾ ਜਾਂ ਕਿਸੇ ਵੀ ਸਰਵਿਸ ਦਾ। ਓਕੇ, ਕਿਸੇ ਵੀ ਸਰਵਿਸ ਦਾ ਕੰਪਿਊਟਰ ਜਿੰਨੀ ਜਲਦੀ ਰਿਸਪੌਂਸ ਕਰਦਾ। ਮੰਨ ਲਓ ਆਪਾਂ ਨੇ ਹੁਣ ਇੱਕ ਕੰਪਿਊਟਰ ਹੈ ਉਹਦੇ ਵਿੱਚ ਕੋਈ ਪੋਰਟ ਹੈ। ਹੁਣ ਆਪਾਂ ਨੇ ਮੰਨ ਲਓ ਆਪਣਾ ਮਾਊਸ ਅਟੈਚ ਕੀਤਾ ਤਾਂ ਮਾਊਸ ਅਟੈਚ ਤੋਂ ਬਾਅਦ ਉੱਥੇ ਇੱਕ ਡਾਇਲੌਗ ਬਾਕਸ ਖੁੱਲਦਾ ਨਾ ਵੀ ਤੁਹਾਡਾ ਮਾਊਸ ਆ ਗਿਆ, ਤਾਂ ਉਹ ਇੱਕ ਰਿਸਪੌਂਸ ਹੈ ਵੀ ਆਪਾਂ ਨੇ ਕੁਝ ਅਟੈਚ ਕੀਤਾ ਤੇ ਉਹ ਆ ਗਿਆ। ਤਾਂ ਉਹ ਟਾਈਮ ਜਿੰਨਾ ਟਾਈਮ ਲਊਗਾ ਉਸ ਚੀਜ਼ ਨੂੰ ਉਹਨੂੰ ਕੀ ਕਹਿੰਦੇ ਆ ਆਪਾਂ? ਰਿਸਪੌਂਸ ਟਾਈਮ। ਓਕੇ, ਨੈਕਸਟ ਅਗਲਾ ਕੀ ਹੈ ਜੀ? What is the use of digitizer as an input device? Okay,
व्हाट इज द यूज ऑफ डिजिटाइजर एज अ इनपुट डिवाइस। हुण डिजिटाइजर जो हुंदा ओहदा काम की है, डिजिटाइजर का काम की है, टू कन्वर्ट ग्राफिक एंड पिक्टोरियल डाटा इनटू बाइनरी इनपुट इनटू एनालॉग इनपुट डीबगिंग नन ऑफ द अबव। देखो बाइनरी का मतलब मैं पहले ही दस चुकिया कि 0 ते 1 हुंदा है। बाइनरी का मशीन लैंग्वेज का मतलब की हुंदा है 0 एंड 1। हुण डिजिटाइजर का मतलब इत्थे एक तरीके नाल डिजिटल दा आ गया। ओके डिजिटाइजर तो मतलब एक तरीके नाल डिजिटल नाल आपां रिलेट कर सकते हैं। सो आपां नूं पता है डिजिटल का मतलब की हुंदा है 0 ते 1। ओके सो ਇਹਦਾ मतलब ਕੀ ਆਊਗਾ, ਇਹਦਾ ਆਨਸਰ ਕੀ ਆਊਗਾ ਟੂ ਕਨਵਰਟ ਗ੍ਰਾਫਿਕ ਐਂਡ ਪਿਕਟੋਰੀਅਲ ਡਾਟਾ ਇਨਟੂ ਬਾਈਨਰੀ ਇਨਪੁਟ। ਵੀ ਕੋਈ ਵੀ ਪਿਕਚਰ ਦੇ ਵਿੱਚ ਕੋਈ ਡਾਟਾ ਹੈ ਜਾਂ ਗ੍ਰਾਫ ਛਪੇ ਹੋਏ ਨੇ ਉਹਨੂੰ 0 1 ਵਿੱਚ ਕਨਵਰਟ ਕੌਣ ਕਰਦਾ ਹੈ, ਡਿਜੀਟਾਈਜ਼ਰ। ਠੀਕ ਹੈ ਇੱਥੇ ਇੱਕ ਹੋਰ ਚੀਜ਼ ਹੈ ਡੀਬਗਿੰਗ। ਇਹਦਾ ਆਨਸਰ ਕੀ ਹੈ ਫਸਟ। ਇੱਥੇ ਡੀਬਗਿੰਗ ਦਾ ਮਤਲਬ ਕੀ ਹੁੰਦਾ, ਦੇਖੋ ਬਗ ਹੁੰਦਾ, ਬਗ ਹੁੰਦਾ ਜਦੋਂ ਆਪਣੇ ਸੌਫਟਵੇਅਰ 'ਚ ਜਾਂ ਆਪਣੇ ਕੰਪਿਊਟਰ 'ਚ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ, ਚੱਲ ਨਹੀਂ ਰਿਹਾ ਹੁੰਦਾ, ਉਹਨੂੰ ਕੀ ਕਹਿੰਦੇ ਆ ਆਪਾਂ ਬਗ। ਤੇ ਉਹਨੂੰ ਸੋਲਵ ਕਰਨ ਨੂੰ ਕੀ ਕਹਿੰਦੇ ਆ, ਡੀਬਗਿੰਗ। ਉਹਨੂੰ ਸੋਲਵ ਕਰਨ ਨੂੰ ਕੀ ਕਹਿੰਦੇ ਆ, ਡੀਬਗਿੰਗ। ਓਕੇ ਬਗ ਮਤਲਬ ਵੀ ਉਹ 'ਚ ਕੋਈ ਰੁਕਾਵਟ ਆ ਗਈ, ਉਹਨੂੰ ਆਪਾਂ ਕੀ ਕਹਿੰਦੇ ਆ, ਬਗ। ਤੇ ਉਹਨੂੰ ਸੋਲਵ ਕਰਨ ਨੂੰ, ਉਹ ਰੁਕਾਵਟ ਨੂੰ ਠੀਕ ਕਰਨ ਲਈ ਕੀ ਕਹਿੰਦੇ ਆ ਆਪਾਂ, ਡੀਬਗਿੰਗ। ਓਕੇ ਅਗਲਾ ਕੁਐਸਚਨ ਹੈ ਜੀ ਆਪਣਾ, what do we call the pictorial representation of the data flow and processing steps of a system। ਇੱਥੇ ਇੱਕ ਚੀਜ਼ ਲਿਖੀ ਹੈ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ। ਪਿਕਟੋਰੀਅਲ ਦਾ ਮਤਲਬ ਵੀ ਪਿਕਚਰ ਦੀ ਫਾਰਮ ਦੇ ਵਿੱਚ, ਪਿਕਚਰ ਦੇ ਵਿੱਚ ਹੁਣ ਸ਼ੇਪ ਵੀ ਹੋ ਸਕਦੀ ਹੈ। ਓਕੇ ਦੇਖੋ ਮੰਨ ਲਓ ਮੈਂ ਕਹਾਂ ਵੀ ਕੋਈ ਇੱਕ ਇਧਰੋਂ ਇਨਪੁਟ ਆ ਰਹੀ ਹੈ 2, ਇੱਕ ਇਧਰੋਂ ਇਨਪੁਟ ਆ ਰਹੀ ਹੈ 2, ਦੋਨੇ ਇੱਥੇ ਜਾ ਕੇ 2 + 2 ਹੋ ਗਿਆ। ਇਹਦਾ ਆਨਸਰ ਕੀ ਆ ਗਿਆ 4। ਹੁਣ ਇੱਥੇ ਸਿਰਫ ਡਿਜਿਟ ਨੇ, ਠੀਕ ਹੈ ਇੱਥੇ ਸਿਰਫ ਡਿਜਿਟ ਨੇ ਦਾ ਆਪਰੇਸ਼ਨ ਕਰਵਾਤਾ ਆਪਾਂ ਨੇ, ਇਹਦੇ ਵਿੱਚ ਕੋਈ ਪਿਕਚਰ ਨਹੀਂ ਹੈਗੀ। ਓਕੇ ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਐਲਗੋਰਿਥਮ। ਵੀ ਸੀਕੁਐਂਸ ਆਫ ਸਟੈਪ, ਵੀ ਕਿਸ ਕਿਸ ਸਟੈਪ ਨਾਲ ਫੋਲੋ ਕਰ ਰਿਹਾ ਉਹਨੂੰ ਆਪਾਂ ਕੀ ਕਹਾਂਗੇ, ਐਲਗੋਰਿਥਮ। ਉਹਨੂੰ ਹੀ ਜਦੋਂ ਆਪਾਂ ਪਿਕਟੋਰੀਅਲ ਫਾਰਮ ਦੇ ਵਿੱਚ ਜਾਂ ਕਿਸੇ ਵੀ ਜਿਵੇਂ ਕਿ ਆ ਹੈ, ਮੰਨ ਲਓ ਇਨਪੁਟ 2 ਨੂੰ ਐਵੇਂ ਲਿਖਤਾ, ਆ 2 ਨੂੰ ਐਦਾਂ ਲਿਖਤਾ, ਜਦੋਂ ਇਹਨਾਂ ਦਾ ਪਲੱਸ ਹੋਊਗਾ ਉਹਨੂੰ ਆਪਾਂ ਇਸ ਤਰੀਕੇ ਨਾਲ ਲਿਖਤਾ 2 + 2, ਉਹਦਾ ਜੋ ਆਨਸਰ ਹੋਊਗਾ ਉਹਨੂੰ ਆਪਾਂ ਨੇ ਚੌਰਸ ਦੇ ਵਿੱਚ ਸੇਵ ਕਰਤਾ 4। ਸੋ ਇਹ ਇੱਕ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਆ ਗਈ। ਵੀ ਜੇ ਆਪਾਂ ਨੂੰ ਸਰਕਲ ਪਤਾ ਵੀ ਸਰਕਲ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ, ਇਨਪੁਟ ਕਰ ਰਿਹਾ। ਜਦੋਂ ਆਪਾਂ ਨੂੰ ਪਤਾ ਵੀ ਇਹ ਟ੍ਰਾਇੰਗਲ ਹੈ ਤਾਂ ਇਹਦਾ ਮਤਲਬ ਇਹ ਪ੍ਰੋਸੈਸਿੰਗ ਕਰ ਰਿਹਾ। ਜਦੋਂ ਆਪਾਂ ਨੂੰ ਪਤਾ ਵੀ ਇਹ ਆਇਤ ਦੇ ਵਿੱਚ ਹੈ ਔਰ ਇਹ ਕੀ ਕਰ ਰਿਹਾ, ਰਿਜ਼ਲਟ ਦਿਖਾ ਰਿਹਾ। ਠੀਕ ਹੈ ਇਹ ਪਿਕਚਰ ਦੇ ਨਾਲ ਹੀ ਕਲੀਅਰ ਹੋ ਜਾਊਗਾ ਵੀ ਇਹਦਾ ਆਪਰੇਸ਼ਨ ਕੀ ਹੋ ਰਿਹਾ। ਉਹਨੂੰ ਆਪਾਂ ਕੀ ਕਹਿੰਦੇ ਆ, ਫਲੋ ਚਾਰਟ। ਐਲਗੋਰਿਥਮ ਤੇ ਫਲੋ ਚਾਰਟ ਦੇ ਵਿੱਚ ਡਿਫਰੈਂਸ ਆਉਂਦਾ ਹੈ। ਤਾਂ ਐਲਗੋਰਿਥਮ ਕੀ ਹੈ, ਸਟੈਪ ਆਫ ਸੀਕੁਐਂਸ, ਸੀਕੁਐਂਸ ਦੇ ਸਟੈਪਸ ਨੇ, ਕੋਈ ਵੀ ਸੀਕੁਐਂਸ ਜਿਹੜਾ ਹੋ ਰਿਹਾ ਆਪਰੇਸ਼ਨ ਦਾ। ਫਲੋ ਚਾਰਟ ਕੀ ਹੈ, ਉਹਦੀ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਹੈ। ਸੋ ਆਪਾਂ ਨੂੰ ਪੁੱਛਿਆ ਕੀ ਗਿਆ, ਪਿਕਟੋਰੀਅਲ ਰਿਪਰੈਜ਼ੈਂਟੇਸ਼ਨ, ਤਾਂ ਆਪਣਾ ਆਨਸਰ ਕੀ ਆਏਗਾ, ਫਲੋ ਚਾਰਟ। ਸੋ ਨੈਕਸਟ ਕੁਐਸਚਨ ਆਪਣੇ ਕੋਲ ਕੀ ਆਉਂਦਾ, ਪ੍ਰੋਸੈਸਰ ਹੈਜ਼ 3 ਮੇਨ ਪਾਰਟਸ। ਪ੍ਰੋਸੈਸਰ ਦੇ 3 ਮੇਨ ਪਾਰਟ ਕਿਹੜੇ ਕਿਹੜੇ ਨੇ, 3 ਭਿੰਨ ਅੰਗ ਕਿਹੜੇ ਨੇ। ALU ਹੈ, ਕੰਟਰੋਲ ਯੂਨਿਟ ਹੈ, ਰੈਮ ਨਹੀਂ ਹੈ ਜੀ, ਰੈਮ ਉਹਦਾ ਪਾਰਟ ਨਹੀਂ ਹੈ। ALU ਹੈ, ਕੰਟਰੋਲ ਯੂਨਿਟ ਹੈ, ਰਜਿਸਟਰ ਵੀ ਹੈ, ਰਜਿਸਟਰ ਇੱਕ ALU ਦਾ ਹੀ ਪਾर्ट होता है। कैश मैमरी नहीं है जी, कंट्रोल यूनिट है, रजिस्टर है। ओके सो अपने को जो सही बनता वो किहड़ा बनता है, सैकेंड। जो अपने को सही है वो किहड़ा है, सैकेंड। ALU कंट्रोल यूनिट एंड रजिस्टर। रजिस्टर एक मैमरी होंगी है, स्मॉलेस्ट मैमरी, स्मॉल मैमरी है, स्मॉलेस्ट मैमरी। ओके जिहदे विच बिट स्टोर होंदियां ने, बिट्स स्टोर होंदियां ने, बहुत छोटी होंदी है, छोटी करके ये फास्ट भी होंदी है, ये फास्ट भी होंदी है। ਅੱਗੇ ਆ ਗਿਆ ਜੀ CPU ਦੇ ALU ਵਿੱਚ ਕੀ ਹੁੰਦਾ ਹੈ। CPU ਦੇ ALU ਵਿੱਚ ਕੀ ਹੁੰਦਾ ਹੈ, ਰੈਮ ਸਪੇਸ ਨਹੀਂ ਹੁੰਦੀ ਜੀ, ਰਜਿਸਟਰ ਹੁੰਦੇ ਨੇ, ਬਾਈਟ ਸਪੇਸ ਨਹੀਂ ਹੁੰਦੀ, ਆ ਵੀ ਨਹੀਂ ਹੈਗਾ। ਰਜਿਸਟਰ ਹੁੰਦੇ ਨੇ ਕਿਹਦੇ ਵਿੱਚ, CPU ਦੇ ALU ਵਿੱਚ। ਪਿਛਲੇ ਕੁਐਸਚਨ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਦੇਖੋ ਇਹਦੇ ਵਿੱਚ ਕੀ ਕਹਿੰਦਾ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਆਪਟੀਕਲ ਮੈਮਰੀ। ਆਪਟੀਕਲ, ਜਦੋਂ ਤੁਹਾਡੇ ਕੋਲ ਆਪਟੀਕਲ ਸ਼ਬਦ ਆ ਜੇ ਤਾਂ ਇਹਦਾ ਮਤਲਬ ਇਹ ਕਿਹਦੇ ਨਾਲ ਰਿਲੇਟ ਕਰ ਰਿਹਾ ਹੈ, ਲਾਈਟ ਨਾਲ, ਲਾਈਟ ਨਾਲ। ਦੇਖੋ ਪਹਿਲਾਂ ਦੇ ਟਾਈਮ 'ਚ ਕੀ ਹੁੰਦਾ ਸੀ, ਤੁਸੀਂ ਜਦੋਂ ਮੂਵੀਜ਼ ਵਗੈਰਾ ਦੇਖਿਆ ਹੋਣਗੇ ਤਾਂ ਉਹ ਜਦੋਂ ਤਵੇ ਦੇ ਉੱਤੇ ਗਾਣਾ ਚੱਲਦਾ ਸੀ ਉਹ ਕੁਝ ਉੱਪਰ ਰੱਖਦੇ ਸੀਗੇ, ਉਹਦਾ ਮਤਲਬ ਕੀ ਸੀ, ਕੁਝ ਟੱਚ ਕਰਦਾ ਸੀ ਕੋਈ ਮੈਟਲ ਨਾਲ, ਉਦੋਂ ਉਹ ਚੱਲਦਾ ਸੀ। ਅੱਜ ਕੱਲ੍ਹ ਕੀ ਹੋ ਗਿਆ, ਜੋ ਆਪਾਂ ਸੀਡੀਆਂ ਦੇਖਦੇ ਹਾਂ ਨਾ, CD DVD, ਉਹਦੇ ਵਿੱਚ ਲਾਈਟ ਪੈਂਦੀ ਆ, ਉਹ ਲਾਈਟ ਤੇ ਕੰਮ ਕਰਦਾ। ਸੋ ਉਹ ਕੀ ਹੈ, ਆਪਟੀਕਲ ਮੈਮਰੀ। ਮੈਮਰੀ ਦਾ ਮਤਲਬ ਜਿੱਥੇ ਡਾਟਾ ਸਟੋਰ ਹੁੰਦਾ। ਸੋ ਬਬਲ ਮੈਮਰੀ ਨਹੀਂ ਜੀ, ਇਹ ਨਹੀਂ ਹੁੰਦੀ। ਫਲੋਪੀ ਡਿਸਕ ਇਹ ਵੀ ਨਹੀਂ ਹੁੰਦੀ। CD ROM ਦੀ ਫੁੱਲ ਫਾਰਮ ਕੀ ਹੈ, ਕੰਪੈਕਟ डिस्क रीड ओनली मैमरी,
ठीक है, कोर मैमरीज भी नहीं होंदियां। सो ਇਹਦਾ ਆਨਸਰ ਕੀ ਆਏਗਾ ਆਪਣੇ ਕੋਲੇ CD ROM ਜਿਹੜੀ ਆਪਟੀਕਲ ਮੈਮਰੀ ਹੁੰਦੀ ਹੈ ਲਾਈਟ ਦੇ ਉੱਤੇ ਕੰਮ ਕਰਦੀ ਹੈ, ਲਾਈਟ ਨਾਲ ਕੰਮ ਕਰਦੀ ਹੈ। ਠੀਕ ਹੈ, ਇੱਥੇ ਇੱਕ ਆ ਜਾਂਦਾ ਬਬਲ ਮੈਮਰੀ। ਹੁਣ ਬਬਲ ਮੈਮਰੀ ਕੀ ਹੁੰਦਾ, ਇਹ ਇੱਕ ਨਾਨ ਵੋਲੇਟਾਈਲ ਮੈਮਰੀ ਹੈ, ਇਹ ਇੱਕ ਨਾਨ ਵੋਲੇਟਾਈਲ ਮੈਮਰੀ ਹੈ। ਇਹ ਆਪਾਂ ਅੱਗੇ ਡਿਸਕਸ ਕਰਾਂਗੇ ਵੋਲੇਟਾਈਲ ਤੇ ਨਾਨ ਵੋਲੇਟਾਈਲ ਕੀ ਹੁੰਦਾ। ਠੀਕ ਹੈ, ਇਹ ਇੱਕ ਥਿਨ ਫਿਲਮ ਹੁੰਦੀ ਹੈ ਮੈਗਨੈਟਿਕ ਮਟੀਰੀਅਲ ਦੀ, ਇਹ ਇੱਕ ਮੈਗਨੈਟਿਕ ਮਟੀਰੀਅਲ ਦੀ ਥਿਨ ਫਿਲਮ ਹੁੰਦੀ ਹੈ ਜਿਹਦੇ ਵਿੱਚ ਮੈਗਨੈਟਿਕਲੀ ਹੀ ਡਾਟਾ ਸਟੋਰ ਹੁੰਦਾ ਹੈ। ਓਕੇ, ਬਬਲ ਮੈਮਰੀ ਕਹਿੰਦੇ ਨੇ ਉਹਨੂੰ, ਬਬਲ ਮੈਮਰੀ। ਉਹ ਤੋਂ ਬਾਅਦ ਆਪਣੇ ਕੋਲੇ ਕਿਹੜਾ ਕੁਐਸਚਨ ਆਉਂਦਾ ਜੀ, ਵਟ ਇਜ਼ ਅ ਪੋਰਟੇਬਲ ਪਰਸਨਲ ਕੰਪਿਊਟਰ that is small enough to hold in your lab। देखो ਇਹ ਕੁਐਸਚਨ ਧਿਆਨ ਨਾਲ ਪੜਨਾ, hold in your lab, lab ਦਾ ਮਤਲਬ ਇੱਕ ਤਰੀਕੇ ਨਾਲ ਗੋਦੀ ਹੋ ਗਿਆ। ਠੀਕ ਹੈ, ਆਪਾਂ ਪੱਟਾ ਦੇ ਧਰ ਲੈਣੇ ਉਹਨੂੰ ਕਹਿੰਦੇ ਨੇ ਲੈਬ। ਓਕੇ, ਹੁਣ ਇਹਦੇ ਵਿੱਚ ਕੀ ਹੈ, ਮੇਨ ਫਰੇਮ ਆਪਾਂ ਨੇ ਪੜਿਆ ਬਹੁਤ ਵੱਡਾ ਹੁੰਦਾ, ਆ ਹੀ ਨਹੀਂ ਸਕਦਾ। ਵਰਕ ਸਟੇਸ਼ਨ ਬਹੁਤ ਵੱਡਾ ਹੁੰਦਾ ਜੀ, ਇਹ ਆ ਨਹੀਂ ਸਕਦਾ। PDA ਇੱਕ ਮੋਬਾਈਲ ਦੇ ਤਰੀਕੇ ਨਾਲ ਹੁੰਦਾ, ਸੋ ਇਹਨੂੰ ਆਪਾਂ ਲੈਬ ਨਹੀਂ ਕਰ ਸਕਦੇ, ਲੈਬ ਤੇ ਨਹੀਂ ਰੱਖ ਸਕਦੇ। ਠੀਕ ਹੈ, ਇਹ ਇੱਕ ਮੋਬਾਈਲ ਦੇ ਤਰੀਕੇ ਦਾ ਹੁੰਦਾ, ਇਹਨੂੰ ਆਪਾਂ ਹੱਥ 'ਚ ਹੀ ਕੰਮ ਕਰ ਸਕਦੇ ਹਾਂ। PDA ਇੱਕ ਮੋਬਾਈਲ ਦੀ ਤਰ੍ਹਾਂ ਹੁੰਦਾ, ਇਹਦੇ ਫੁੱਲ ਫਾਰਮ ਕੀ ਹੈ, ਪਰਸਨਲ ਡਿਜੀਟਲ ਅਸਿਸਟੈਂਟ। ਠੀਕ ਹੈ, ਇਹਦੀ ਫੁੱਲ ਫਾਰਮ ਕੀ ਹੈ, ਪਰਸਨਲ ਡਿਜੀਟਲ ਅਸਿਸਟੈਂਟ। ਇਹ ਇੱਕ ਮੋਬਾਈਲ ਦੀ ਤਰੀਕੇ ਨਾਲ ਹੁੰਦਾ, ਸੋ ਆਪਾਂ ਇਹਨੂੰ ਲੈਪ ਨਹੀਂ ਕਰ ਸਕਦੇ। ਸੋ ਰਹਿ ਕੀ ਗਿਆ ਆਪਣੇ ਕੋਲੇ ਨੋਟਬੁੱਕ, ਇਹਨੂੰ ਕਈ ਵਾਰ ਲੈਪਟਾਪ ਵੀ ਆ ਜਾਂਦਾ, ਆਪਸ਼ਨ ਦੇ ਵਿੱਚ ਲੈਪਟਾਪ ਵੀ ਆ ਜਾਂਦਾ। ਸੋ ਇਹ ਕੀ ਹੈ ਆਨਸਰ ਆਪਣਾ, ਲੈਪਟਾਪ, ਉਹਨੂੰ ਹੀ ਆਪਾਂ ਲੈਪ ਦੇ ਉੱਤੇ ਰੱਖ ਸਕਦੇ ਹਾਂ। ਸੋ ਨੋਟਬੁੱਕ ਕੰਪਿਊਟਰ ਆਪਣਾ ਕੀ ਆ ਗਿਆ, ਆਨਸਰ ਆ ਗਿਆ। ਓਕੇ, ਸੋ ਨੈਕਸਟ ਕੁਐਸਚਨ ਆਪਣੇ ਕੋਲ ਕੀ ਆ ਗਿਆ, ਹਾਊ ਮੈਨੀ ਬਾਈਟਸ ਆਰ ਇਨ 1 ਗੀਗਾਬਾਈਟ, ਹਾਊ ਮੈਨੀ ਬਾਈਟਸ ਆਰ ਇਨ 1 ਗੀਗਾਬਾਈਟ। 1 GB ਦੇ ਵਿੱਚ ਕਿੰਨੀਆਂ ਬਾਈਟਸ ਹੁੰਦੀਆਂ ਨੇ, KB ਨਹੀਂ ਹੁੰਦੀਆਂ ਜੀ, MB ਹਾਂਜੀ। 1 ਗੀਗਾਬਾਈਟ ਦੇ ਵਿੱਚ 1024 MBs ਹੁੰਦੀਆਂ ਨੇ। ਮੈਂ ਪਿਛਲੇ ਵੀਡੀਓਜ਼ ਦੇ ਵਿੱਚ ਤੁਹਾਨੂੰ ਇਹਦਾ ਪੂਰਾ ਡਾਇਗਰਾਮ ਦਿਖਾ ਚੁੱਕਿਆ ਕਿ ਬਿਟ ਕੀ ਹੁੰਦੀ ਹੈ, ਬਾਈਟ ਕੀ ਹੁੰਦੀ ਹੈ। ਓਕੇ, ਉਹਨੂੰ ਇੱਕ ਵਾਰ ਤੁਸੀਂ ਜ਼ਰੂਰ ਚੈੱਕ ਕਰਿਓ, ਉਹਦੇ ਵਿੱਚ ਆ ਸਾਰੇ ਕੁਐਸਚਨ ਮਿਲ ਜਾਣੇ। ਕਈ ਵਾਰੀ ਇਹਦਾ ਪੇਪਰ 'ਚ ਕੁਐਸਚਨ ਆਉਂਦਾ ਅਰੇਂਜਮੈਂਟ, ਜਿਵੇਂ GB MB TB ਜਾਂ ਇਹੋ ਜਿਹੇ ਹੋਰ ਪਾ ਕੇ ਵੀ ਇਹਨੂੰ ਅਰੇਂਜਮੈਂਟ ਦੇ ਵਿੱਚ ਲਾਓ, ਛੋਟੇ ਵੱਡਾ ਵੱਡਾ ਜਾਂ ਵੱਡਾ ਛੋਟਾ ਛੋਟਾ, ਉਹ ਸਾਰਾ ਉਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਪਲੀਜ਼ ਪਹਿਲਾਂ ਉਹਨੂੰ ਜਾ ਕੇ ਦੇਖੋ, ਤੁਹਾਨੂੰ ਫਿਰ ਇਹ ਸਮਝ ਆਏਗਾ। ਨੈਕਸਟ ਕੀ ਆ ਆਪਣੇ ਕੋਲੇ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸਰਚ ਇੰਜਨ। ਇਹਦੇ ਵਿੱਚੋਂ ਕਿਹੜਾ ਸਰਚ ਇੰਜਨ ਨਹੀਂ ਹੈ। ਗੂਗਲ ਆਪਾਂ ਨੂੰ ਪਤਾ ਸਰਚ ਇੰਜਨ ਹੈ ਜੀ, ਯਾਹੂ ਆਪਾਂ ਨੂੰ ਪਤਾ ਸਰਚ ਇੰਜਨ ਹੈ, ਬਾਈਡੂ ਵੀ ਇੱਕ ਸਰਚ ਇੰਜਨ ਹੈ। ਸੋ ਇਹਦੇ ਵਿੱਚ ਕਿਹੜਾ ਸਰਚ ਇੰਜਨ ਨਹੀਂ ਹੈ, ਵੋਲਫਰੇਮ ਅਲਫਾ। ਸੋ ਇਹਦਾ ਆਨਸਰ ਕੀ ਹੋ ਜਾਏਗਾ, ਇਹਦਾ ਆਨਸਰ ਹੋ ਜਾਊਗਾ ਵੋਲਫਰਮ ਜਾਂ ਵੋਲਫਰੇਮ ਅਲਫਾ। ਇਹਦਾ ਕੀ ਹੋ ਜਾਏਗਾ ਆਨਸਰ, ਇਹ ਇੱਕ ਸਰਚ ਇੰਜਨ ਨਹੀਂ ਹੈ। ਓਕੇ, ਇਹ ਇੱਕ ਤਰੀਕੇ ਨਾਲ ਜੋ ਸਵਾਲ ਹੁੰਦੇ ਨੇ ਕੁਐਸਚਨ, ਦੇਖੋ ਸਰਚ ਇੰਜਨ ਦਾ ਮਤਲਬ ਕੀ ਆ, ਉਹ ਕੁਝ ਵੀ ਸਰਚ ਕਰ ਸਕਦਾ, ਕੁਝ ਵੀ ਜੋ ਆਪਾਂ ਸਰਚ ਕਰਵਾਉਣਾ ਚਾਹੀਏ ਉਹ ਕਰ ਸਕਦਾ, ਡਾਟਾ ਲੱਭ ਕੇ ਆਪਾਂ ਨੂੰ ਦਿੰਦਾ। ਬਟ ਇਹ ਕੀ ਕੰਮ ਕਰਦਾ, ਇਹ ਇਕੱਲੀਆਂ ਮੈਥ ਦੀ ਇਕੁਏਸ਼ਨ ਸੋਲਵ ਕਰਦਾ, ਮੈਥ ਦੇ ਸਮ ਸੋਲਵ ਕਰਦਾ, ਜੋ ਮੈਥ ਦੇ ਸਮ ਹੋਣਗੇ ਆਪਣੇ ਉਹ ਸੋਲਵ ਕਰਨ ਲਈ ਇਹ ਇੱਕ ਵੈਬਸਾਈਟ ਹੈ। ਓਕੇ, ਨੈਕਸਟ ਕੁਐਸਚਨ ਆਪਣੇ ਕੋਲੇ ਕੀ ਆ ਗਿਆ, ਦ ਜਰਮਨਸ ਕਾਲ ਦਿਸ ਦ ਸਪਾਈਡਰ ਮੰਕੀ। ਜੋ ਜਰਮਨ ਨੇ ਇਹਨੂੰ ਸਪਾਈਡਰ ਮੰਕੀ ਕਹਿੰਦੇ ਨੇ, ਐਂਡ ਦ ਇਟਾਲੀਅਨ ਕਾਲ ਇਟ ਸਨੇਲ, ਵਿਚ ਸਿੰਬਲ ਇਜ਼ ਦਿਸ। ਜੋ ਜਰਮਨ ਨੇ ਉਹਨੂੰ ਸਪਾਈਡਰ ਮੰਕੀ ਕਹਿੰਦੇ ਨੇ, ਜੋ ਇਟਾਲੀਅਨ ਨੇ ਉਹਨੂੰ ਸਨੇਲ ਕਹਿੰਦੇ ਨੇ। ਉਹਨੂੰ ਆਪਾਂ ਕੀ ਕਹਿੰਦੇ ਆ, ਐਟ ਦੀ ਰੇਟ, ਮਤਲਬ ਇਹ ਸਿੰਬਲ ਕਿਹੜਾ ਹੈ, ਐਟ ਦੀ ਰੇਟ। ਆਪਾਂ ਐਟ ਦੀ ਰੇਟ ਕਹਿ ਦੇਣਾ, ਜੋ ਆਪਾਂ ਮੇਲ ਦੇ ਵਿੱਚ ਯੂਜ਼ ਕਰਦੇ ਹਾਂ, ਜੀਮੇਲ ਦੇ ਵਿੱਚ ਫਲਾਣਾ ਐਟ ਦੀ ਰੇਟ। ਓਕੇ, ਉਹਨੂੰ ਆਪਾਂ, ਜੋ ਜਰਮਨੀ ਨੇ ਉਹਨੂੰ ਸਪਾਈਡਰ ਮੰਕੀ ਕਹਿੰਦੇ ਨੇ, ਇਟਾਲੀਅਨ ਨੇ ਉਹਨੂੰ ਸਨੇਲ ਕਹਿੰਦੇ ਨੇ, ਆਪਾਂ ਕੀ ਕਹਿੰਦੇ ਆ, ਐਟ ਦੀ ਰੇਟ। ਬਹੁਤ ਹੀ ਸਿੰਪਲ ਕੁਐਸਚਨ ਆ ਗਿਆ ਕਿ ਦ ਫਾਦਰ ਆਫ ਸੀ ਪ੍ਰੋਗਰਾਮਿੰਗ ਲੈਂਗੁਏਜ ਕਿਹਨੂੰ ਕਹਿੰਦੇ ਨੇ, ਸੀ ਪ੍ਰੋਗਰਾਮਿੰਗ ਲੈਂਗੁਏਜ ਕਿਹਨੂੰ ਦਾ ਫਾਦਰ ਕਿਹਨੂੰ ਕਹਿੰਦੇ ਨੇ, ਡੈਨਿਸ ਰੀਚੀ ਨੂੰ। ਇਹਦਾ ਆਨਸਰ ਹੈ ਆ ਜੋ ਤੁਸੀਂ ਦੋ ਦੇਖ ਰਹੇ ਹੋ, ਪ੍ਰੋਫੈਸਰ ਜੌਨ ਕੈਮਨੀ ਤੇ ਥਾਮਸ ਕੋਟਸ। ਇਹ ਦੋਨਾਂ ਨੇ ਬੇਸਿਕ ਲੈਂਗੁਏਜ ਇਜਾਦ ਕੀਤੀ ਸੀ। ਹੁਣ ਬੇਸਿਕ ਲੈਂਗੁਏਜ ਕੀ ਹੁੰਦੀ ਹੈ, ਪਿਛਲੀ ਵੀਡੀਓ 'ਚ ਆਪਾਂ ਕਵਰ ਕਰ ਚੁੱਕੇ ਹਾਂ। ਸੋ ਇਹਨਾਂ ਨੇ ਬੇਸਿਕ ਲੈਂਗੁਏਜ ਇਨਵੈਂਟ ਕੀਤੀ ਸੀ, ਇਹ ਦੋ ਬੰਦਿਆਂ ਨੇ। ਓਕੇ, ਬਿਲ ਗੇਟਸ ਦਾ ਤੁਹਾਨੂੰ ਪਤਾ ਹੀ ਹੈ ਜੀ, ਮਾਈਕਰੋਸਾਫਟ ਕੰਪਨੀ ਇਹਨਾਂ ਦੀ ਹੈ। ਓਕੇ, ਸੋ ਸੀ ਪ੍ਰੋਗਰਾਮਿੰਗ ਲੈਂਗੁਏਜ ਕਿਹਨੇ ਇਜਾਦ ਕੀਤੀ ਸੀ, ਡੈਨਿਸ ਰੀਚੀ। ਨੈਕਸਟ ਹੈ ਕੋਬੋਲ ਇਜ਼ ਵਾਈਡਲੀ ਯੂਜ਼ਡ ਇਨ ਐਪਲੀਕੇਸ਼ਨ। ਜਿਹੜੀ ਕੋਬੋਲ ਹੈ ਇਹ ਕੀ ਹੈ, ਇੱਕ ਲੈਂਗੁਏਜ ਹੈ। ਇਹ ਕੀ ਹੈ, ਇੱਕ ਲੈਂਗੁਏਜ ਹੈ। ਇਹ ਕਿੱਥੇ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ, ਸਪੇਸ ਦੇ ਵਿੱਚ ਨਾ ਜੀ, ਮੈਥਮੈਟੀਕਲ ਨਾ ਜੀ, ਕਮਰਸ਼ੀਅਲ। ਓਕੇ, ਕਮਰਸ਼ੀਅਲ ਦਾ ਮਤਲਬ ਇੱਕ ਤਰੀਕੇ ਨਾਲ ਟ੍ਰੇਡ ਦੇ ਰਿਲੇਟ ਆ ਗਿਆ, ਟ੍ਰੇਡ ਵਪਾਰ।
ओके ਆਪਾਂ ਪੜ੍ਹਿਆ ਸੀ ਨਾ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਸੋ ਬਿਜ਼ਨਸ ਦੇ ਲਈ ਹੈ, ਟ੍ਰੇਡ ਦੇ ਲਈ ਹੈ ਕਿਹੜੀ ਲੈਂਗੁਏਜ? ਕੋਬੋਲ। ਹੁਣ ਇੱਕ ਕੁਐਸਚਨ ਹੋਰ ਆਉਂਦਾ ਕਿ ਫੋਰਟਰਾਨ ਹੈ ਜੋ ਫੋਰਟਰਾਨ ਲੈਂਗੁਏਜ ਹੈ, ਫੋਰਟਰਾਨ ਉਹ ਕਿੱਥੇ ਯੂਜ਼ ਹੁੰਦੀ ਆ? ਉਹ ਸਾਇੰਟੀਫਿਕ ਪਰਪਸ ਲਈ ਯੂਜ਼ ਹੁੰਦੀ ਹੈ, ਉਹ ਸਾਇੰਟੀਫਿਕ ਲਈ ਯੂਜ਼ ਹੁੰਦੀ ਹੈ ਤੇ ਕੋਬੋਲ ਕਮਰਸ਼ੀਅਲ ਲਈ ਯੂਜ਼ ਹੁੰਦੀ ਹੈ। ਨੈਕਸਟ ਆ ਗਿਆ ਜੀ ਆਪਣੇ ਕੋਲੇ ਦ ਲੋਐਸਟ ਫਾਰਮ ਆਫ ਕੰਪਿਊਟਰ ਲੈਂਗੁਏਜ ਇਜ਼ ਕਾਲਡ। ਸਭ ਤੋਂ ਛੋਟੀ ਜਿਹੜੀ ਭਾਸ਼ਾ ਹੈ ਜੋ ਕੰਪਿਊਟਰ ਸਮਝਦਾ, ਲੋਐਸਟ ਫਾਰਮ, ਉਹਨੂੰ ਕੀ ਕਹਿੰਦੇ ਨੇ? ਬੇਸਿਕ ਨਾ ਜੀ, ਫੋਰਟਰਾਨ ਹਾਈ ਲੈਵਲ ਲੈਂਗੁਏਜ ਹੈ ਪਹਿਲੀ, ਕੋਬੋਲ ਬਿਲਕੁਲ ਵੀ ਨਹੀਂ। ਸੋ ਉਹ ਕਿਹੜੀ ਹੈ? ਮਸ਼ੀਨ ਲੈਂਗੁਏਜ, ਜਿਹੜੀ ਕਿਸ 'ਚ ਹੁੰਦੀ ਹੈ? 010100 ਇਸ ਫਾਰਮ ਦੇ ਵਿੱਚ ਹੁੰਦੀ ਹੈ, ਉਹਨੂੰ ਆਪਾਂ ਮਸ਼ੀਨ ਲੈਂਗੁਏਜ ਕਹਿੰਦੇ ਹਾਂ। ਕਿ ਇਹ ਸਾਰੀਆਂ ਹਾਈ ਲੈਵਲ ਲੈਂਗੁਏਜਸ ਨੇ, ਬਾਕੀ ਇਹ ਲੋ ਲੈਵਲ ਲੈਂਗੁਏਜ ਹੈ, ਬਾਕੀ ਸਾਰੀਆਂ ਹਾਈ ਲੈਵਲ ਲੈਂਗੁਏਜਸ ਨੇ। ਇਹ ਕੁਐਸਚਨ ਪਿੱਛੇ ਜੇ ਪੇਪਰ 'ਚ ਆਇਆ ਹੋਇਆ ਇੱਕ ਕਿ ਡੈਸ਼ ਟਰਾਂਸਲੇਟਸ ਦ ਐਗਜ਼ੀਕਿਊਟ ਦ ਪ੍ਰੋਗਰਾਮ ਐਟ ਰਨ ਟਾਈਮ ਲਾਈਨ ਬਾਈ ਲਾਈਨ। ਇਹ ਧਿਆਨ ਰੱਖਣਾ ਲਾਈਨ ਬਾਈ ਲਾਈਨ ਵੀ ਕਿਹੜਾ ਇਹੋ ਜਿਹਾ ਸੌਫਟਵੇਅਰ ਹੈ ਜਿਹੜਾ ਜੋ ਪ੍ਰੋਗਰਾਮ ਰਨ ਕਰਦਾ ਕਿਹਦੇ ਨਾਲ? ਲਾਈਨ ਬਾਈ ਲਾਈਨ। ਦੋ ਤਰੀਕੇ ਨਾਲ ਪ੍ਰੋਗਰਾਮ ਹੁੰਦਾ, ਇੱਕ ਲਾਈਨ ਬਾਈ ਲਾਈਨ, ਇੱਕ ਪੇਜ ਵਾਈਜ਼, ਵੀ ਪੂਰਾ ਪੇਜ, ਇੱਕ ਪੂਰਾ ਪੇਜ ਕਰਕੇ ਟਰਾਂਸਲੇਟ ਫਿਰ ਐਗਜ਼ੀਕਿਊਟ ਕਰਦਾ। ਸੋ ਜਿਹੜਾ ਤਾਂ ਲਾਈਨ ਬਾਈ ਲਾਈਨ ਹੈ, ਲਾਈਨ ਬਾਈ ਲਾਈਨ ਕਿਹੜਾ ਕਰਦਾ? ਇੰਟਰਪ੍ਰੇਟਰ। ਜੋ ਇੰਟਰਪ੍ਰੇਟਰ ਹੈ ਉਹ ਲਾਈਨ ਵਾਈਜ਼ ਲਾਈਨ ਕਰਦਾ ਹੈ ਤੇ ਜੋ ਕੰਪਾਈਲਰ ਹੈ ਉਹ ਪੇਜ ਵਾਈਜ਼ ਪੇਜ, ਪੂਰਾ ਪੇਜ ਕਰਕੇ ਫੇਰ ਕਰਦਾ। ਓਕੇ, ਇਹਨਾਂ ਦੋਨਾਂ 'ਚ ਡਿਫਰੈਂਸ ਹੈ, ਇਹਨੂੰ ਧਿਆਨ ਨਾਲ ਲਿਖ ਲਿਓ। ਕੰਪਾਈਲਰ ਪੂਰਾ ਪੇਜ ਕਰਦਾ ਜਾਂ ਪੂਰਾ ਪ੍ਰੋਗਰਾਮ ਰਨ ਕਰਦਾ, ਇੰਟਰਪ੍ਰੇਟਰ ਹੈ ਜੋ ਲਾਈਨ ਬਾਈ ਲਾਈਨ ਕਰਦਾ। ਓਕੇ, ਅਨਵਾਂਟਡ ਰੈਪੀਟੀਸ਼ਸ ਮੈਸੇजेस ਜਾਂ ਬਲਕ ਈਮੇਲ ਇਜ਼ ਨੋਨ ਐਜ਼। ਓਕੇ, ਆਪਾਂ ਇਹਨੂੰ ਕਈ ਵਾਰ ਜੰਕ ਮੇਲ ਵੀ ਕਹਿ ਦਿੰਦੇ ਆ, ਜੰਕ ਮੇਲ ਵੀ ਕਹਿ ਦਿੰਦੇ ਆ। ਉਹਨੂੰ ਕੀ ਕਹਿੰਦੇ ਨੇ? ਉਹਨੂੰ ਕੀ ਕਹਿੰਦੇ ਨੇ? ਸਪੈਮ। ਉਹਨੂੰ ਕੰਪਿਊਟਰ ਦੀ ਭਾਸ਼ਾ 'ਚ ਕੀ ਕਹਿੰਦੇ ਨੇ? ਸਪੈਮ। ਇਹਨੂੰ ਹੋਰ ਕੀ ਕਹਿੰਦੇ ਨੇ? ਜੰਕ ਈਮੇਲ ਜਾਂ ਜੰਕ ਮੇਲ। ਹੋਰ ਕੀ ਕਹਿੰਦੇ ਨੇ? ਰੈਪੀਟੀਸ਼ਸ ਮੈਸੇਜ। ਓਕੇ, ਉਹਨੂੰ ਆਪਾਂ ਕੀ ਕਹਿੰਦੇ ਆ? ਸਪੈਮ। ਨੈਕਸਟ ਹੈ ਆਪਣੇ ਕੋਲ ਜੀ MS ਵਰਡ ਇਜ਼ ਐਨ ਐਗਜ਼ਾਮਪਲ ਆਫ। ਧਿਆਨ ਨਾਲ ਸੁਣੋ, MS ਵਰਡ ਹੈ, ਇੱਥੇ ਇਕੱਲਾ ਮਾਈਕਰੋਸੌਫਟ ਵਿੰਡੋ ਨਹੀਂ ਹੈ, ਇੱਥੇ MS ਵਰਡ ਹੈ। MS ਵਰਡ ਕੀ ਹੈ? ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹ ਮੈਂ ਦੱਸ ਚੁੱਕਿਆ ਹੁਣ ਐਪਲੀਕੇਸ਼ਨ ਸੌਫਟਵੇਅਰ ਤੇ ਸਿਸਟਮ ਸੌਫਟਵੇਅਰ ਦੇ ਵਿੱਚ ਕੀ ਫਰਕ ਹੈ। ਓਕੇ, ਪਿਛਲੀ ਵੀਡੀਓ ਦੇ ਵਿੱਚ ਤੁਸੀਂ ਉਹ ਜਾ ਕੇ ਜ਼ਰੂਰ ਦੇਖਿਓ। ਸੋ ਜੇ ਇੱਥੇ ਹੁੰਦਾ ਮਾਈਕਰੋਸੌਫਟ ਵਿੰਡੋ, ਜੇ ਇੱਥੇ ਮਾਈਕਰੋਸੌਫਟ, MS ਦਾ ਮਤਲਬ ਕੀ ਹੈ? ਇੱਥੇ ਮਾਈਕਰੋਸੌਫਟ। ਜੇ ਇੱਥੇ ਮਾਈਕਰੋਸੌਫਟ ਵਿੰਡੋ ਹੁੰਦਾ ਫਿਰ ਇਹਦਾ ਕੀ ਆਂਸਰ ਆਉਂਦਾ? ਇੱਕ ਆਪਰੇਟਿੰਗ ਸਿਸਟਮ। ਬਟ ਇੱਥੇ ਨਹੀਂ ਹੈ, ਸੋ ਇੱਥੇ ਕੀ ਹੈ? MS ਵਰਡ ਇੱਕ MS ਆਫਿਸ ਦਾ ਪਾਰਟ ਹੈ। ਓਕੇ, ਇਹਦੇ ਵਿੱਚ ਕਈ ਹੁੰਦੇ ਨੇ, ਪਾਵਰ ਪੁਆਇੰਟ ਹੋ ਗਿਆ, ਪਾਵਰ ਪੁਆਇੰਟ, ਵਰਡ ਐਕਸੈਸ, ਬਹੁਤ ਸਾਰੇ ਹੁੰਦੇ ਨੇ, ਉਹਦੇ ਵਿੱਚੋਂ ਇੱਕ ਕੀ ਹੈ? MS ਵਰਡ। ਸੋ ਇਹ ਐਪਲੀਕੇਸ਼ਨ ਸੌਫਟਵੇਅਰ ਹੈ। ਨੈਕਸਟ ਆਪਣੇ ਕੋਲ ਕੀ ਆ ਗਿਆ ਜੀ? ਹਾਫ ਬਾਈਟ ਇਜ਼ ਨੋਨ ਐਜ਼। ਦੇਖੋ, ਇੱਕ ਬਿਟ ਹੁੰਦੀ ਹੈ, ਜਦੋਂ 8 ਬਿਟਸ ਮਿਲ ਜਾਂਦੀਆਂ ਨੇ ਉਹਨੂੰ ਕੀ ਕਹਿੰਦੇ ਨੇ? 1 ਬਾਈਟ। ਓਕੇ, ਬਟ ਜਦੋਂ ਇਹ 4 ਰਹਿ ਗਈਆਂ, 4 ਬਿਟਸ ਨੂੰ ਕੀ ਕਹਿੰਦੇ ਨੇ? 4 ਬਿਟਸ ਨੂੰ ਆਪਾਂ ਨਿਬਲ ਕਹਿੰਦੇ ਆ, ਹਾਫ ਬਾਈਟ ਨਹੀਂ ਕਹਿੰਦੇ ਜੀ, ਨਿਬਲ ਕਹਿੰਦੇ ਆ। ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਕਿ ਹਾਫ ਬਾਈਟ ਇਜ਼ ਨੋਨ ਐਜ਼ ਨਿਬਲ। ਹਾਫ ਬਾਈਟ ਦਾ ਮਤਲਬ ਹੋ ਗਿਆ 4, 4 ਬਿਟਸ ਨੂੰ ਆਪਾਂ ਕੀ ਕਹਿੰਦੇ ਆ? ਨਿਬਲ। ਪਾਸਕਲ ਕੀ ਹੈ ਜੀ? ਪਾਸਕਲ ਕੀ ਹੈ? ਵਾਟ ਇਜ਼ ਪਾਸਕਲ? ਕੰਪਿਊਟਰ ਲੈਂਗੁਏਜ ਹੈ, यूनिट ऑफ कंप्यूटर है, कंप्यूटर ऑपरेटिंग सिस्टम है, टाइप ऑफ कंप्यूटर आ भी नहीं है जी, आ भी नहीं है। सो एक कंप्यूटर लैंग्वेज है, भी आप पहला पढ़ चुके हैं कि पास्कल एक कंप्यूटर लैंग्वेज है। किने ईजाद की थी ये? ब्लेज पास्कल ने ईजाद की थी। ओके, देखो ये जो यूनिट है ना, कोई इससे कंफ्यूज ना होए कि यूनिट है। इत्थे ध्यान नाल देखो, यूनिट ऑफ कंप्यूटर कहा गया है, कंप्यूटर दे विच कोई यूनिट नहीं है जी। ये जो यूनिट है वो फिजिक्स दे विच है, जो यूनिट है ना पास्कल वो फिजिक्स दे विच है, कंप्यूटर दे विच पास्कल तरह की कोई यूनिट नहीं है। ओके, सो इट इज अ कंप्यूटर लैंग्वेज है। विच ऑफ द फॉलोइंग इज नॉट अ कंप्यूटर लैंग्वेज? इन्हां दे विचों किहड़ी कंप्यूटर लैंग्वेज नहीं है जी? बेसिक है, आप पढ़ चुके हैं, सी है, फोर्ट्रान फर्स्ट हाई लैवल लैंग्वेज किहड़ी है? फोर्ट्रान। सो फास्ट कोई भी लैंग्वेज नहीं है, फास्ट कंप्यूटर की कोई भी लैंग्वेज नहीं है। ये जो तिन्ने ने ये हाई लैवल लैंग्वेजेस ने, ये भी हाई लैवल है, ये भी हाई लैवल है, ये भी हाई लैवल लैंग्वेज है।
नेक्स्ट की आ गया जी स्मॉल और इंटेलिजेंट डिवाइस इज सो कॉल्ड स्मार्ट बिकॉज इट कंटेन विद इन इट। एक जो डिवाइस है उस अपने आप ਨੂੰ ਸਮਾਰਟ ਕਹਿਲਵਾਉਂਦੀ ਹੈ ਕਿਉਂ? ਕਿਉਂਕਿ ਉਹਦੇ ਵਿੱਚ ਕੀ ਹੁੰਦਾ? ਕੰਪਿਊਟਰ ਨਹੀਂ ਜੀ, ਮਾਈਕਰੋ ਕੰਪਿਊਟਰ ਬਿਲਕੁਲ ਵੀ ਨਹੀਂ, ਪ੍ਰੋਗਰਾਮੇਬਲ ਨਹੀਂ ਜੀ, ਸੈਂਸਰ। ਓਕੇ, ਕੋਈ ਵੀ ਚੀਜ਼ ਸਮਾਰਟ ਕਦੋਂ ਹੁੰਦੀ ਹੈ? ਜਦੋਂ ਉਹਦੇ ਵਿੱਚ ਸੈਂਸਰ ਲੱਗ ਜਾਂਦੇ ਨੇ, ਜਦੋਂ ਉਹਦੇ ਵਿੱਚ ਸੈਂਸਰ ਲੱਗ ਜਾਂਦੇ ਨੇ। ਸੈਂਸਰ ਦਾ ਮਤਲਬ ਕੀ ਹੁੰਦਾ? ਮੰਨ ਲਓ ਹੁਣ ਆਪਣੇ ਕੋਲੇ ਫੋਨ ਹੈ ਕੋਈ, ਓਕੇ, ਪਹਿਲਾਂ ਵਾਲੇ ਫੋਨ ਬਟਨ ਵਾਲੇ ਹੁੰਦੇ ਸੀਗੇ, ਆਪਾਂ ਨੂੰ ਸਮਾਰਟ ਨਹੀਂ ਕਹਿੰਦੇ ਸੀ, ਬਟ ਉਹਦੇ ਬਾਅਦ ਕੀ ਆਇਆ? ਹੁਣ ਉਹਦੇ 'ਚ ਇੱਕ ਉਹਦੇ ਸੈਂਸਰ ਹੁੰਦਾ, ਜਦੋਂ ਆਪਾਂ ਕੰਨ ਤੇ ਫੋਨ ਲਾਉਂਦੇ ਹਾਂ ਤਾਂ ਉਹਦੀ ਲਾਈਟ ਆਪਣੇ ਆਪ ਕਾਲਿੰਗ ਵੇਲੇ ਬੁੱਝ ਜਾਂਦੀ ਹੈ। ਕਈ ਵਾਰੀ ਮੋਬਾਈਲ ਨੂੰ ਜਦੋਂ ਆਪਾਂ ਮੁੱਦਾ ਕਰਦੇ ਹਾਂ, ਠੀਕ ਹੈ, ਉਹਦਾ ਫੋਨ ਆਪੇ ਸਾਇਲੈਂਟ ਤੇ ਹੋ ਜਾਂਦਾ, ਉਹ ਇੱਕ ਸੈਂਸਰ ਨੇ। ਕਈ ਤਰ੍ਹਾਂ ਦੇ ਮੋਬਾਈਲ 'ਚ ਸੈਂਸਰ ਹੁੰਦੇ ਨੇ, ਜਿਵੇਂ ਪ੍ਰੋਕਸੀਮਿਟੀ ਸੈਂਸਰ, ਲਾਈਟ ਸੈਂਸਰ, ਪ੍ਰੈਸ਼ਰ ਸੈਂਸਰ। ਓਕੇ, ਇਸ ਤਰੀਕੇ ਨਾਲ ਜੋ ਸੈਂਸਰ, ਜਿੰਨੇ ਸੈਂਸਰ ਵਧੀ ਜਾਣਗੇ ਉਹਨਾਂ ਉਹ ਜ਼ਿਆਦਾ ਸਮਾਰਟ ਹੋਣ ਲੱਗ ਜਾਊਗਾ, ਆਪਣੇ ਆਪ ਕੰਮ ਕਰਨ ਲੱਗ ਜਾਊਗਾ। ਤਾਂ ਉਹ ਕੀ ਕਹਿੰਦੇ ਨੇ? ਸੈਂਸਰਸ ਹੁੰਦੇ ਨੇ ਉਹ। ਓਕੇ, ਛੋਟੇ ਛੋਟੇ ਸੈਂਸਰ ਹੁੰਦੇ ਨੇ। ਸੋ ਨੈਕਸਟ ਕੁਐਸਚਨ ਆਪਣੇ ਕੋਲੇ ਕੀ ਆ ਗਿਆ? ਵਟ ਆਰ ਦ ਮੇਜਰ ਕੰਪੋਨੈਂਟ ਆਫ CPU? what are the major components of CPU? ਹੁਣ ਧਿਆਨ ਦੇਣਾ, ਇੱਥੇ CPU ਪੁੱਛਿਆ, ਇੱਥੇ ਪ੍ਰੋਸੈਸਰ ਨਹੀਂ ਪੁੱਛਿਆ, ਸੈਂਟਰਲ ਪ੍ਰੋਸੈਸਿੰਗ ਯੂਨਿਟ ਪੁੱਛਿਆ, ਯੂਨਿਟ ਦਾ, ਪੂਰੇ ਯੂਨਿਟ ਦਾ। ਸੋ ਕੰਟਰੋਲ ਯੂਨਿਟ, ਰਜਿਸਟਰ ਯੂਨਿਟ, ਅਰਥਮੈਟਿਕ ਲੌਜੀਕਲ ਯੂਨਿਟ, ਇਹ ਕਿਹਦੇ ਨੇ? ਪ੍ਰੋਸੈਸਰ ਦੇ ਨੇ। ਇਹ ਸਿਰਫ ਪ੍ਰੋਸੈਸਰ ਦੇ ਨੇ, ਪੂਰੇ CPU ਦੇ ਨਹੀਂ ਹੈਗੇ। ਸੋ ਕੰਟਰੋਲ ਯੂਨਿਟ, ਮੈਮਰੀ ਯੂਨਿਟ ਤੇ ਅਰਥਮੈਟਿਕ ਲੌਜੀਕਲ ਯੂਨਿਟ, ਇਹ ਹੈ ਜੀ CPU ਦੇ ਪਾਰਟ। ਆਪਾਂ ਪਹਿਲਾਂ ਪੜ੍ਹ ਚੁੱਕੇ, ਡਾਇਗਰਾਮ ਨਾਲ ਹੋਰ ਕਲੀਅਰ ਹੋ ਜਾਊਗਾ। ਓਕੇ, ਆ CPU ਹੈ, ਪੂਰਾ CPU ਹੈ, ਇਹਦੇ ਵਿੱਚ ALU ਤੇ CU, ਇਹ ਕੀ ਬਣਾਉਂਦੇ ਨੇ? ਇੱਥੇ ਰਜਿਸਟਰ ਵੀ ਹੁੰਦਾ, ਰਜਿਸਟਰ ਕੀ ਬਣਾਉਂਦੇ ਨੇ? ਇਹ ਪ੍ਰੋਸੈਸਰ। ਇੱਥੇ ਇੱਕ ਕੀ ਹੁੰਦੀ ਹੈ? ਮੈਮਰੀ ਯੂਨਿਟ, ਮੇਨ ਮੈਮਰੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੇਨ ਮੈਮਰੀ ਜਾਂ ਮੈਮਰੀ ਯੂਨਿਟ। ਜਦੋਂ ਇਹ ਸਾਰਾ ਮਿਲ ਜਾਂਦਾ, ਇਹ ਕੀ ਬਣਾਉਂਦਾ ਹੈ? CPU। ਸੋ ਇਹ ਸਾਰੇ ਲਈ ਕੀ ਯੂਜ਼ ਹੁੰਦਾ? ਕੰਟਰੋਲ ਯੂਨਿਟ, CU, ਮੈਮਰੀ ਯੂਨਿਟ ਤੇ ਅਰਥਮੈਟਿਕ ਲੌਜੀਕਲ ਯੂਨਿਟ। ਇਹ ਕੀ ਹੈ? CPU। ਜਦੋਂ ਕੰਟਰੋਲ ਯੂਨਿਟ, ਰਜਿਸਟਰ ਸੈੱਟ, ਅਰਥਮੈਟਿਕ ਲੌਜੀਕਲ ਯੂਨਿਟ ਹੁੰਦੇ ਨੇ ਤਾਂ ਇਹ ਕੀ ਹੁੰਦੇ ਨੇ? ਪ੍ਰੋਸੈਸਰ। ਠੀਕ ਹੈ, ਦੋਨੇ 'ਚ ਕਨਫਿਊਜ਼ ਨਹੀਂ ਹੋਣਾ। ਸੋ ਅੱਜ ਦਾ ਆਪਣੇ ਕੋਲ ਲਾਸਟ ਕੁਐਸਚਨ ਕੀ ਹੈ? ਇਨਵੈਂਟਰ ਆਫ WWW ਕੀ ਹੈ? ਇੱਕ ਵਰਲਡ ਵਾਈਡ ਵੈਬ। ਇਹਦੀ ਫੁੱਲ ਫਾਰਮ ਕੀ ਹੈ? ਵਰਲਡ ਵਾਈਡ ਵੈਬ। ਓਕੇ, ਸੋ ਇਹ ਕਿਹਨੇ ਇਜਾਦ ਕੀਤੀ ਸੀ, ਇਨਵੈਂਟ ਕੀਤੀ ਸੀ? ਟਿਮ ਬਰਨਰਸ ਲੀ ਨੇ। ਟਿਮ ਬਰਨਰਸ ਲੀ ਨੇ ਇਹ ਇਨਵੈਂਟ ਕੀਤੀ ਸੀ, ਇਜਾਦ ਕੀਤੀ ਸੀ। ਓਕੇ, ਸੋ ਸਭ ਤੋਂ ਪਹਿਲਾਂ ਕੀ ਹੈ? ਇਸ ਤੋਂ ਪਹਿਲਾਂ 2 ਵੀਡੀਓ ਆ ਚੁੱਕੀਆਂ ਨੇ, ਜਿਹਦੇ ਵਿੱਚ ਆਪਾਂ ਨੇ ਕੰਪਿਊਟਰ ਦੀ ਇੰਟਰੋਡਕਸ਼ਨ ਡਿਸਕਸ ਕੀਤੀ ਹੈ, ਵੀ ਕੰਪਿਊਟਰ ਕੀ ਹੁੰਦਾ ਹੈ, ਉਹਦੀਆਂ ਕੁਝ ਟਰਮਸ ਜਿਵੇਂ ਡਾਟਾ ਐਂਡ ਇਨਫੋਰਮੇਸ਼ਨ ਕੀ ਹੁੰਦੀਆਂ ਨੇ, ਡਾਟਾ ਦੀ ਟਾਈਪਸ ਕੀ ਹੁੰਦੀਆਂ ਨੇ, ਓਕੇ, ਕੰਪਿਊਟਰ ਦੀ ਡੈਫੀਨੇਸ਼ਨਸ ਕੀ ਹੁੰਦੀਆਂ ਨੇ। ਓਕੇ, ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਨੇ ਕੀ ਕੀਤਾ ਹੋਇਆ? ਜਨਰੇਸ਼ਨ ਆਫ ਕੰਪਿਊਟਰ, ਵੀ ਕੰਪਿਊਟਰ ਦੀ ਕਿਹੜੀ ਜਨਰੇਸ਼ਨ ਵਿੱਚ ਕਿਹੜੀ ਸਵਿਚਿੰਗ ਡਿਵਾਈਸ ਯੂਜ਼ ਹੋਈ ਹੈ, ਮੈਮਰੀ ਯੂਜ਼ ਹੋਈ ਹੈ, ਲੈਂਗੁਏਜ ਯੂਜ਼ ਹੋਈ ਹੈ। ਓਕੇ, ਪਹਿਲਾਂ ਤੁਸੀਂ ਉਹ ਦੋਨੇ ਵੀਡੀਓ ਦੇਖਿਓ, ਫਿਰ ਤੁਹਾਨੂੰ ਆ ਵੀਡੀਓ ਸਮਝ ਆਏਗੀ। ਲੈਟਸ ਸਟਾਰਟ ਦਾ ਪਹਿਲੇ MCQ ਤੋਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਫॉर ਕੰਪਿਊਟਰ, ਵੀ ਇਹਦੇ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਕੰਪਿਊਟਰ ਲਈ ਸਹੀ ਹੈ? ਸਭ ਤੋਂ ਪਹਿਲਾਂ ਕੀ ਹੈ? ਇਟ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ, ਸਹੀ ਹੈ, ਇਲੈਕਟ੍ਰੋਨਿਕ ਡਿਵਾਈਸ ਹੈ। ਇਹਦਾ ਹਾਈ IQ ਲੈਵਲ, ਹੈਵ ਹਾਈ IQ ਲੈਵਲ ਨਹੀਂ ਜੀ। ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਕਿ ਕੰਪਿਊਟਰ ਦਾ IQ ਲੈਵਲ ਕਿੰਨਾ ਹੁੰਦਾ? ਕੰਪਿਊਟਰ ਦਾ IQ ਲੈਵਲ 0 ਹੁੰਦਾ। ਠੀਕ ਹੈ, ਕੰਪਿਊਟਰ ਦਾ IQ ਜੋ ਲੈਵਲ ਹੁੰਦਾ ਉਹ 0 ਹੁੰਦਾ। ਸੋ ਇਹ ਗਲਤ ਹੈ। ਲਿਮਿਟਡ ਕਪੈਸਿਟੀ, ਹਾਂਜੀ, ਕੰਪਿਊਟਰ ਦੀ ਲਿਮਿਟਡ ਕਪੈਸਿਟੀ ਹੁੰਦੀ ਹੈ। ਵਰਡ ਡਰਾਈਵ ਫਰਮ ਕੰਪਿਊਟ, ਸੌਰੀ ਕੰਪਿਊਟ ਨਹੀਂ ਹੈ, ਉਹ ਲੈਟਿਨ ਭਾਸ਼ਾ ਦਾ ਕੰਪਿਊਟ ਹੈ, ਕੰਪਿਊਟ। ਓਕੇ, ਕੰਪਿਊਟ ਨਹੀਂ ਹੈ, ਉਹ ਕੰਪਿਊਟ ਹੈ। ਸੋ ਇਹ ਵੀ ਗਲਤ ਹੋ ਜਾਏਗਾ। ਸੋ ਆਪਣਾ ਆਂਸਰ ਕੀ ਆਏਗਾ? ਫਸਟ ਐਂਡ ਥਰਡ। ਸੋ ਇਹ ਆਪਸ਼ਨ ਆਪਣੀ ਕਰੈਕਟ ਹੋ ਜਾਏਗੀ। ਓਕੇ, ਨੈਕਸਟ, the output shown on the computer monitor is called, ਜੋ ਕੰਪਿਊਟਰ ਦੀ ਮੋਨੀਟਰ ਦੇ ਉੱਤੇ ਆਉਟਪੁੱਟ ਆਉਂਦੀ ਆ ਉਹਨੂੰ ਕੀ ਕਹਿੰਦੇ ਨੇ? ਵੀਡੀਓ ਨਹੀਂ ਜੀ, ਹਾਰਡ ਕਾਪੀ ਬਿਲਕੁਲ ਵੀ ਨਹੀਂ, ਸੌਫਟ ਕਾਪੀ, ਸਕਰੀਨ ਕਾਪੀ ਕੁਝ ਨਹੀਂ ਹੁੰਦਾ। ਠੀਕ ਹੈ, ਦੇਖੋ ਇਹਦਾ ਆਨਸਰ ਤਾਂ ਕੀ ਹੈ? ਸੌਫਟ ਕਾਪੀ। ਕਿਉਂ? ਕਿਉਂਕਿ ਜਿਹੜੀ ਕੰਪਿਊਟਰ ਦੀ ਸਕਰੀਨ ਦੇ ਉੱਤੇ ਆਪਣੇ ਕੋਲ ਆਉਟਪੁੱਟ ਆਈ, ਕੋਈ ਵੀ ਰਿਜ਼ਲਟ ਆਇਆ, ਆਪਾਂ ਉਹਨੂੰ ਟੱਚ ਨਹੀਂ ਕਰ ਸਕਦੇ। ਓਕੇ, ਤਾਂ ਕਰਕੇ ਇਹਨੂੰ ਸੌਫਟ ਕਾਪੀ ਕਹਿੰਦੇ ਨੇ। ਹੁਣ ਆਂਦਾ ਵੀਡੀਓ, ਵੀਡੀਓ ਦੀ ਫੁੱਲ ਫਾਰਮ ਕੀ ਹੈ? ਵਿਜ਼ੂਅਲ ਡਿਸਪਲੇ ਯੂਨਿਟ। ਓਕੇ, ਵਿਜ਼ੂਅਲ ਡਿਸਪਲੇ ਯੂਨਿਟ, ਇਹ ਵੀ ਇੱਕ ਤਰੀਕੇ ਨਾਲ ਮੋਨੀਟਰ ਨੂੰ ਡਿਫਾਈਨ ਕਰਦਾ ਹੈ ਕਿ ਮੋਨੀਟਰ ਨੂੰ ਹੋਰ ਕੀ ਕਹਿੰਦੇ ਨੇ? VDU। ਓਕੇ, ਹਾਰਡ ਕਾਪੀ ਕੀ ਹੁੰਦੀ ਹੈ? ਹਾਰਡ ਕਾਪੀ ਉਹ ਹੁੰਦੀ ਹੈ ਜਿਹੜੀ ਆਉਟਪੁੱਟ ਆਵੇ ਤੇ ਆਪਾਂ ਨੂੰ ਟੱਚ ਕਰ ਸਕੇ, ਜਿਵੇਂ ਪ੍ਰਿੰਟਰ ਤੋਂ ਆਉਂਦਾ ਕੋਈ ਵੀ ਪੇਜ ਪ੍ਰਿੰਟਰ ਤੋਂ ਆਉਂਦਾ ਆਪਾਂ ਨੂੰ ਟੱਚ ਕਰ ਸਕਦਾ, ਉਹ ਕੀ ਹੋਗੀ? ਹਾਰਡ ਕਾਪੀ। ਜਿਹੜੀ ਚੀਜ਼ ਨੂੰ ਟੱਚ ਨਹੀਂ ਕਰ ਸਕਦੇ ਉਹ ਕੀ ਆ? ਆਪਣੀ ਸੌਫਟ ਕਾਪੀ। ਇੱਕ ਵੀਡੀਓ ਨਾਲ ਰਿਲੇਟਡ ਟਰਮ ਹੈ VGA,
VGA ਦੀ ਫੁੱਲ ਫਾਰਮ ਕੀ ਹੁੰਦਾ ਹੈ? ਵੀਡੀਓ ਗ੍ਰਾਫਿਕ ਐਰੇ। ਵੀਡੀਓ ਗ੍ਰਾਫਿਕ ਐਰੇ ਤੁਸੀਂ ਕਦੇ ਦੇਖਿਆ ਹੋ ਇੱਕ ਆਪਣੀ ਜੋ ਮੋਨੀਟਰ ਦੇ ਪਿੱਛੇ ਲੱਗਦੀ ਆ ਪੋਰਟ ਤੇ ਦੂਜੀ CPU ਤੇ ਲੱਗਦੀ ਹੈ। ਓਕੇ, ਉਹ ਜਿਹੜੀ ਪੋਰਟ ਹੁੰਦੀ ਆ ਉਹਨੂੰ VGA ਪੋਰਟ ਕਹਿੰਦੇ ਨੇ, ਉਹਨੂੰ VGA ਪੋਰਟ ਕਹਿੰਦੇ ਨੇ। ਜਿਹੜਾ ਵੀ ਡਾਟਾ ਇੱਥੋਂ ਟਰਾਂਸਮਿਟ ਹੁੰਦਾ ਉਹਦੇ ਥਰੂ ਹੁੰਦਾ। ਓਕੇ, ਨੈਕਸਟ ਥਰਡ ਕੁਐਸਚਨ ਆਪਣੇ ਕੋਲ ਕੀ ਆਂਦਾ? 8 ਬਿਟਸ ਮੇਕਸ ਅਪ ਆ। ਵੀ ਜਿਹੜੀਆਂ 8 ਬਿਟ ਨੇ ਉਹ ਕੀ ਬਣਾਉਂਦੀਆਂ ਨੇ? ਬਾਈਟ, ਮੈਗਾਬਾਈਟ, ਕਿਲੋਬਾਈਟ, ਨਨ। ਓਕੇ, ਉਹ ਕੀ ਬਣਾਉਂਦੀਆਂ ਨੇ? ਬਾਈਟ। 8 ਬਿਟ ਮਿਲ ਕੇ ਕੀ ਬਣਾਉਂਦੀਆਂ ਨੇ? ਬਾਈਟ। ਓਕੇ, ਹੁਣ ਇਹਦਾ ਇੱਕ ਆਪਾਂ ਚਾਰਟ ਦੇਖਾਂਗੇ। ਸਭ ਤੋਂ ਪਹਿਲਾਂ ਕੀ ਆਂਦੀ ਆ? ਬਿਟ। ਫਿਰ ਆਂਦੀਆਂ ਨੇ 4 ਬਿਟਸ। 4 ਬਿਟਸ ਕੀ ਬਣਾਉਂਦੀਆਂ ਨੇ? ਆਪਣਾ ਨਿਬਲ। ਉਹ ਤੋਂ ਬਾਅਦ ਆਂਦੀਆਂ ਨੇ 8 ਬਿਟਸ। 8 ਬਿਟਸ ਕੀ ਬਣਾਉਂਦੀਆਂ ਨੇ? ਬਾਈਟ। ਧਿਆਨ ਨਾਲ ਲਿਖ ਲਿਓ, ਇਹਨੇ ਨੋਟ ਕਰ ਲਿਓ। 8 ਬਿਟਸ ਕੀ ਬਣਾਉਂਦੀਆਂ ਨੇ? ਬਾਈਟ। ਉਹ ਤੋਂ ਬਾਅਦ ਆ ਜਾਂਦੀਆਂ ਨੇ 1024 ਬਾਈਟਸ। ਇੱਥੇ ਵੱਡੇ ਬੀ ਨਾਲ ਆਪਾਂ ਬਾਈਟਸ ਰਿਪਰੈਜ਼ੈਂਟ ਕਰ ਰਹੇ ਹਾਂ। ਓਕੇ, ਵੱਡੇ ਬੀ ਨਾਲ ਬਾਈਟ, ਛੋਟੇ ਬੀ ਨਾਲ ਬਿਟ। ਉਹ ਤੋਂ ਬਾਅਦ ਆ ਗਿਆ ਆਹ ਐਡ ਕੀ ਕਰੂਗੀ? 1 KB। KB ਕੀ ਹੁੰਦਾ? ਕਿਲੋਬਾਈਟ। ਉਹ ਤੋਂ ਬਾਅਦ ਆ ਜਾਂਦਾ 1024 ਕਿਲੋਬਾਈਟ। ਇਹ ਕੀ ਬਣਾਉਂਦੀ ਆ? 1 MB। MB ਕੀ ਹੁੰਦਾ? ਮੈਗਾਬਾਈਟ। ਮੈਗਾ ਬਾਈਟ। ਉਹ ਤੋਂ ਬਾਅਦ ਆ ਗਿਆ 1024 ਮੈਗਾਬਾਈਟ। ਇਹ ਕੀ ਬਣਾ ਦਿੰਦਾ? 1 ਗੀਗਾਬਾਈਟ। ਗੀਗਾਬਾਈਟ। 1024 GB ਕੀ ਬਣਾਉਂਦਾ? 1 ਟੈਰਾਬਾਈਟ। ਟੈਰਾਬਾਈਟ। ਉਹ ਤੋਂ ਬਾਅਦ ਇੱਥੇ ਲਿਖ ਦਿੰਦੇ ਆਪਾਂ 1024 ਟੈਰਾਬਾਈਟ ਕੀ ਬਣਾਊਗਾ? ਪੈਟਾਬਾਈਟ। ਪੈਟਾਬਾਈਟ 1 ਪੈਟਾਬਾਈਟ। ਠੀਕ ਹੈ, 1 ਪੈਟਾਬਾਈਟ। ਉਹ ਤੋਂ ਬਾਅਦ 1 ਪੈਟਾਬਾਈਟ ਕੀ ਬਣਾਊਗਾ? ਉਹ 1024 ਪੈਟਾਬਾਈਟ ਕੀ ਬਣਾਊਗਾ? 1 ਐਗਜ਼ਾਬਾਈਟ। ਓਕੇ, ਉਹ ਤੋਂ ਬਾਅਦ 1024 ਐਗਜ਼ਾਬਾਈਟ ਕੀ ਬਣਾਉਣਗੇ? 1 ਜ਼ੈਟਾਬਾਈਟ। ਧਿਆਨ ਨਾਲ ਨੋਟ ਕਰ ਲਿਓ, ਜ਼ੈਟਾਬਾਈਟ। ਪੇਪਰ 'ਚ ਇਹਦੀ ਆਰਡਰ ਆ ਜਾਂਦਾ ਵੀ ਛੋਟੇ ਤੋਂ ਛੋਟਾ ਕਿਹੜਾ ਹੈ, ਵੱਡੇ ਤੋਂ ਵੱਡਾ ਕਿਹੜਾ ਹੈ। 1024 ਜ਼ੈਟਾਬਾਈਟ ਕੀ ਬਣਾਉਣਗੇ? 1 ਯੋਟਾਬਾਈਟ। ਓਕੇ, ਇਹ ਟੇਬਲ ਹੈ, ਇਹਨੂੰ ਪਾਉਜ਼ ਕਰਕੇ ਨੋਟ ਕਰ ਲਿਓ। ਓਕੇ, ਸੋ ਇਹਦਾ ਆਨਸਰ ਕੀ ਆਏਗਾ? 8 ਬਿਟ ਕੀ ਬਣਾਉਂਦੀ ਹੈ? ਬਾਈਟ। 8 ਬਿਟ ਕੀ ਬਣਾਉਂਦੀ ਹੈ? ਇੱਕ ਬਾਈਟ। ਓਕੇ, ਅਗਲਾ ਕੁਐਸਚਨ ਵੀ ਉਹਦੇ ਉੱਤੇ ਆ ਗਿਆ, ਮੈਮਰੀ ਉੱਤੇ, ਕਿ ਸਭ ਤੋਂ ਛੋਟੀ ਯੂਨਿਟ ਨੂੰ ਕੀ ਕਹਿੰਦੇ ਨੇ? ਸਭ ਤੋਂ ਸਮਾਲੈਸਟ ਯੂਨਿਟ ਨੂੰ ਕੀ ਕਹਿੰਦੇ ਨੇ? ਬਿਟ। ਕਿਸੇ ਵੀ ਇਨਫੋਰਮੇਸ਼ਨ ਦੀ ਸਮਾਲੈਸਟ ਯੂਨਿਟ ਨੂੰ ਕੀ ਕਹਿੰਦੇ ਨੇ? ਬਿਟ। ਅਗਲਾ ਕੀ ਕਹਿੰਦਾ? ਵਿਚ ਆਫ ਦ ਫੋਲੋਇੰਗ ਨੈਚੁਰਲ ਐਲੀਮੈਂਟ ਇਜ਼ ਦ ਪ੍ਰਾਇਮਰੀ ਐਲੀਮੈਂਟ ਇਨ ਕੰਪਿਊਟਰ ਚਿਪ। ਇੱਥੇ ਜੋ ਚਿਪ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਥੇ ਚਿਪ IC ਨੂੰ ਕਿਹਾ ਗਿਆ। IC ਕੀ ਹੁੰਦਾ? ਇੰਟੀਗ੍ਰੇਟਡ ਸਰਕਟ। ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਇੰਟੀਗ੍ਰੇਟਡ ਸਰਕਟ ਜਨਰੇਸ਼ਨ ਦੇ ਵਿੱਚ ਯੂਜ਼ ਹੁੰਦਾ। ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇੰਟੀਗ੍ਰੇਟਡ ਸਰਕਟ ਕਿਹੜੀ ਜਨਰੇਸ਼ਨ 'ਚ ਯੂਜ਼ ਹੁੰਦਾ। ਉੱਥੇ ਮੈਂ ਇਹ ਵੀ ਦੱਸਿਆ ਸੀ ਕਿ ਪੇਪਰ 'ਚ ਕੁਐਸਚਨ ਆਉਂਦਾ ਕਿ ਇਹਦਾ ਬੇਸ ਕਿਸ ਚੀਜ਼ ਦਾ ਬਣਿਆ ਹੁੰਦਾ। ਇਹ ਕੁਐਸਚਨ ਥੋੜਾ ਜਿਹਾ ਘੁੰਮ ਕੇ ਆ ਗਿਆ, ਬਸ ਬਣਿਆ ਕਿਸ ਚੀਜ਼ ਦਾ ਹੁੰਦਾ? ਸਿਲੀਕਨ ਦਾ। ਇਹਦਾ ਰਾਈਟ ਆਨਸਰ ਕੀ ਹੋਏਗਾ? ਸਿਲੀਕਨ। ਸਿਲੀਕਨ ਇੱਕ ਸੈਮੀਕੰਡਕਟਰ ਹੁੰਦਾ। ਸੋ ਜਿਹੜੀ ਕੰਪਿਊਟਰ ਚਿਪ ਹੈ ਜਾਂ IC ਜਿਹਨੂੰ ਕਹਿ ਦਿੰਦੇ ਆਪਾਂ, ਉਹਦਾ ਬੇਸ ਕਿਸ ਚੀਜ਼ ਦਾ ਬਣਿਆ ਹੁੰਦਾ? ਸਿਲੀਕਨ ਦਾ। ਓਕੇ, ਨੈਕਸਟ। ਉਹ ਤੋਂ ਬਾਅਦ ਆ ਗਿਆ ਵਿਚ ਆਫ ਦ ਫੋਲੋਇੰਗ ਇਜ਼ ਦ ਐਕਸਟੈਂਸ਼ਨ ਆਫ ਨੋਟਪੈਡ। ਨੋਟਪੈਡ ਕੀ ਹੁੰਦਾ? ਜਿੱਥੇ ਆਪਾਂ ਟੈਕਸਟ ਟਾਈਪ ਕਰਦੇ ਹਾਂ, ਸਿੰਪਲ ਟੈਕਸਟ ਟਾਈਪ ਹੁੰਦਾ। ਓਕੇ, ਸੋ ਨੋਟਪੈਡ ਦੀ ਜੋ ਐਕਸਟੈਂਸ਼ਨ ਹੈ ਉਹ ਕੀ ਹੈ? .txt। ਐਕਸਟੈਂਸ਼ਨ ਦਾ ਮਤਲਬ ਕੀ ਹੁੰਦਾ? ਜਿਵੇਂ ਮੰਨ ਲਓ ਕੋਈ ਗਾਣਾ ਹੈ, ਗਾਣੇ ਦੇ ਪਿੱਛੇ ਕੀ ਪੈ ਜਾਂਦਾ? MP3। ਵੀਡੀਓ ਦੇ ਪਿੱਛੇ ਕੀ ਹੋ ਜਾਂਦਾ? MP4। ਉਵੇਂ ਹੀ ਜੋ ਇਹਦੀ ਐਕਸਟੈਂਸ਼ਨ ਹੈ, ਜਦੋਂ ਫਾਈਲ ਸੇਵ ਹੁੰਦੀ ਆ ਤਾਂ ਉਹਦੇ ਪਿੱਛੇ ਕੀ ਪੈ ਜਾਊਗਾ? TXT। ਗੱਲ ਸਮਝ ਗਏ? ਜਿਵੇਂ ਇੱਕ JPEG ਹੁੰਦਾ, JPEG ਹੁੰਦਾ ਨਾ, ਉਹ ਸਾਰੀਆਂ ਐਕਸਟੈਂਸ਼ਨਸ ਹੁੰਦੀਆਂ ਨੇ। ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਜੋ ਆਪਣਾ ਕੋਲ ਡਾਟਾ ਹੈ ਉਹ ਕਿਸ ਚੀਜ਼ ਦਾ ਹੈ, ਵੀ ਵੀਡੀਓ ਹੈ, ਗਾਣਾ ਹੈ, ਟੈਕਸਟ ਹੈ, ਕੀ ਹੈ। ਓਕੇ, ਇੱਥੇ ਇੱਕ ਥੱਲੇ ਚੀਜ਼ ਹੈ PPT। PPT ਦਾ ਮਤਲਬ ਪਾਵਰ ਪੁਆਇੰਟ। ਇੱਕ .BMP ਸੌਰੀ, BMP ਦਾ ਮਤਲਬ ਹੁੰਦਾ ਬਿਟ ਮੈਪ ਇਮੇਜ। ਬਿਟ ਮੈਪ ਇਮੇਜ। ਠੀਕ ਹੈ, ਇਹਦੀ ਕਈ ਵਾਰ ਫੁੱਲ ਫਾਰਮ ਆ ਜਾਂਦੀ ਹੈ ਕਿ BMP ਦੀ ਫੁੱਲ ਫਾਰਮ ਕੀ ਹੈ? ਬਿਟ ਮੈਪ ਇਮੇਜ। ਬਟ ਇਹਦਾ ਆਨਸਰ ਕੀ ਆਏਗਾ ਆਪਣੇ ਕੋਲੇ? ਟੈਕਸਟ। .txt ਕਿਹਦੀ ਹੁੰਦੀ ਹੈ? ਨੋਟਪੈਡ ਦੀ ਐਕਸਟੈਂਸ਼ਨ ਹੁੰਦੀ ਹੈ।
ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੰਸੀਡਰਡ ਹਾਰਡਵੇਅਰ, ਇਹਦੇ ਵਿੱਚੋਂ ਕਿਹੜਾ ਹਾਰਡਵੇਅਰ ਨਹੀਂ ਹੈ, ਆਪਰੇਟਿੰਗ ਸਿਸਟਮ, CPU, ਕੀਬੋਰਡ, ਹਾਰਡ ਡਿਸਕ। ਹੁਣ ਆਪਾਂ ਨੂੰ ਪਤਾ ਹੈ CPU ਕੀ ਹੁੰਦਾ ਹੈ, ਬਕਸਾ ਹੁੰਦਾ ਹੈ ਜਿਹਦੇ ਵਿੱਚ ਸਾਰਾ ਸਮਾਨ ਪਿਆ ਹੁੰਦਾ, ਮਦਰਬੋਰਡ ਹੋ ਗਿਆ, ਪ੍ਰੋਸੈਸਰ ਹੋ ਗਿਆ, ਸਾਰਾ ਕੁਝ ਹੁੰਦਾ। ਓਕੇ, ਉਹਨੂੰ ਕੀ ਕਹਿੰਦੇ ਨੇ ਆਪਾਂ, CPU। ਕੀਬੋਰਡ ਹਾਰਡ ਹੈ, ਆਪਾਂ ਟੱਚ ਕਰਕੇ ਦੇਖ ਸਕਦੇ ਹਾਂ। ਹਾਰਡ ਡਿਸਕ ਆਪਾਂ ਦੇਖ ਸਕਦੇ ਹਾਂ ਕੰਪਿਊਟਰ ਦੇ ਵਿੱਚ ਹੁੰਦੀ, ਜਿੱਥੇ ਸੈਕੰਡਰੀ ਡਾਟਾ ਸਟੋਰ ਹੁੰਦਾ। ਓਕੇ, ਇੱਥੇ ਆਪਰੇਟਿੰਗ ਸਿਸਟਮ ਕੀ ਹੈ, ਹਾਰਡਵੇਅਰ ਨਹੀਂ ਹੈਗਾ, ਇਹ ਇੱਕ ਸੌਫਟਵੇਅਰ ਹੈ, ਸਿਸਟਮ ਸੌਫਟਵੇਅਰ ਹੈ, ਇਹ ਇੱਕ ਸਿਸਟਮ ਸੌਫਟਵੇਅਰ ਹੈ, ਇਹ ਇੱਕ ਸਿਸਟਮ ਸੌਫਟਵੇਅਰ ਹੈ। ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ, ਇੱਕ ਸਿਸਟਮ ਸੌਫਟਵੇਅਰ, ਦੂਜਾ ਕੀ ਹੁੰਦਾ, ਐਪਲੀਕੇਸ਼ਨ ਸੌਫਟਵੇਅਰ। ਹੁਣ ਫਰਕ ਕੀ ਹੁੰਦਾ ਇਹਨਾਂ ਦੋਨਾਂ 'ਚ, ਜੋ ਸਿਸਟਮ ਸੌਫਟਵੇਅਰ ਹੈ ਉਹ ਸਿਸਟਮ ਦੇ ਵਿੱਚ ਚਲਾਉਣ ਲਈ ਜ਼ਰੂਰੀ ਬਣ ਜਾਂਦਾ ਹੈ, ਸਿਸਟਮ ਨੂੰ ਚਲਾਉਣ ਲਈ ਜ਼ਰੂਰੀ ਹੁੰਦਾ, ਸਿਸਟਮ ਦੇ ਵਿੱਚ ਇਨਬਿਲਡ ਹੁੰਦਾ, ਜਿਵੇਂ ਕਿ ਆਪਰੇਟਿੰਗ ਸਿਸਟਮ, ਵਿੰਡੋ ਇੱਕ ਆਪਰੇਟਿੰਗ ਸਿਸਟਮ ਹੈ, ਵਿੰਡੋਜ਼, ਠੀਕ ਹੈ, ਇਹ ਸਿਸਟਮ ਨੂੰ ਚਲਾਉਣ ਲਈ ਜ਼ਰੂਰੀ ਹੈ, ਤਾਂ ਕਰਕੇ ਇਹ ਸਿਸਟਮ ਸੌਫਟਵੇਅਰ ਹੈ। ਐਪਲੀਕੇਸ਼ਨ ਸੌਫਟਵੇਅਰ ਜੋ ਆਪਾਂ ਆਪਣੇ ਲਈ ਯੂਜ਼ ਕਰਦੇ ਹਾਂ, ਜਿਵੇਂ ਕਿ WhatsApp ਹੋ ਗਿਆ, ਕੋਈ ਵੀ WhatsApp ਹੋ ਗਿਆ, ਇਹ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ, ਆਪਾਂ ਆਪਣੇ ਲਈ ਯੂਜ਼ ਕਰਦੇ ਹਾਂ, ਇੰਸਟਾਲ ਕਰਦੇ ਹਾਂ। ਓਕੇ, ਸੋ ਇਹਦਾ ਆਨਸਰ ਕੀ ਆ ਜਾਏਗਾ, ਕਿਹੜਾ ਆਪਰੇਟਿੰਗ ਹਾਰਡਵੇਅਰ ਨਹੀਂ ਹੈਗਾ, ਆਪਰੇਟਿੰਗ ਸਿਸਟਮ ਹਾਰਡਵੇਅਰ ਨਹੀਂ ਹੈਗਾ। ਅੱਗੇ ਕੀ ਹੈਗਾ, ਵਟ ਡੂ ਯੂ ਕਾਲ ਅ ਸਿੰਗਲ ਪੁਆਇੰਟ ਔਨ ਅ ਕੰਪਿਊਟਰ ਸਕਰੀਨ। ਬਹੁਤ ਵਧੀਆ ਕੁਐਸਚਨ ਹੈ ਕਿ ਕਿਸੇ ਵੀ ਕੰਪਿਊਟਰ ਦੀ ਸਕਰੀਨ ਤੇ ਇੱਕ ਸਿੰਗਲ ਪੁਆਇੰਟ ਨੂੰ ਕੀ ਕਹਿ ਦਿੰਦੇ ਨੇ, ਸੈੱਲ ਨਹੀਂ, ਐਲੀਮੈਂਟ ਨਹੀਂ, ਪਿਕਸਲ, ਠੀਕ ਹੈ, ਉਹਨੂੰ ਕੀ ਕਹਿ ਦਿੰਦੇ ਆ ਆਪਾਂ, ਪਿਕਸਲ। ਕਿਸੇ ਵੀ ਜੋ ਆਪਣੀ ਮੰਨ ਲਓ ਆ ਸਕਰੀਨ ਹੈ, ਆਪਣੀ ਸਕਰੀਨ ਜ਼ਿਆਦਾਤਰ ਕਿੰਨੇ ਦੀ ਹੁੰਦੀ ਹੈ, 16:9 ਦੀ, ਇਹਦੀ ਐਸਪੈਕਟ ਰੇਸ਼ੋ ਹੁੰਦੀ ਹੈ ਵੀ ਜੋ ਇਸ ਤਰੀਕੇ ਨਾਲ 16 ਹੁੰਦੀ ਹੈ, ਇਸ ਤਰੀਕੇ ਨਾਲ 9 ਹੁੰਦੀ ਹੈ, ਤਾਂ ਉਹਦੇ ਵਿੱਚ ਇੱਕ ਸਭ ਤੋਂ ਛੋਟੇ ਪੁਆਇੰਟ ਨੂੰ ਆਪਾਂ ਕੀ ਕਹਿ ਦਿੰਦੇ ਆ, ਪਿਕਸਲ। ਆਪਾਂ ਕਹਿ ਦਿੰਦੇ ਆ ਨਾ, ਜਿਵੇਂ ਕਿ 1280 ਗੁਣਾ 720 ਆਂਦਾ ਨਾ ਉਹ ਲਿਖਿਆ ਹੋਇਆ, ਤਾਂ ਇਹਦਾ ਮਤਲਬ ਕੀ ਹੈ ਵੀ 1280 ਇਦਾਂ ਕਰਕੇ ਇਹ 1280 ਨੇ, ਇੱਧਰ ਨੂੰ ਇਦਾਂ ਕਰਕੇ 720 ਨੇ। ਓਕੇ, ਸੋ ਇਹ ਜਿੰਨਾ ਹੀ ਇਹਦੇ ਵਿੱਚ ਜ਼ਿਆਦਾ ਹੋਣਗੇ ਪਿਕਸਲ, ਓਨੇ ਹੀ ਆਪਣੀ ਜਿਹੜੀ ਹੈ ਕੁਆਲਿਟੀ ਉਹ ਜ਼ਿਆਦਾ ਵਧੀਆ ਹੋਊਗੀ। ਓਕੇ, ਜਿੰਨੇ ਹੀ ਪਿਕਸਲ ਜ਼ਿਆਦਾ ਹੋਣਗੇ ਓਨੀ ਆਪਣੀ ਕੁਆਲਿਟੀ ਵਧੀਆ ਹੋਊਗੀ। ਸੋ ਇਹਦਾ ਆਨਸਰ ਕੀ ਹੈ ਕਿ ਕੰਪਿਊਟਰ ਦੀ ਸਕਰੀਨ ਦੇ ਉੱਤੇ, ਕੋਈ ਵੀ ਕੰਪਿਊਟਰ ਲਾ ਲਓ, ਮੋਨੀਟਰ ਲਾ ਲਓ, ਕਿਸੇ ਵੀ ਫੋਨ ਦੀ ਸਕਰੀਨ ਦੇ ਉੱਤੇ ਜਿਹੜਾ ਸਭ ਤੋਂ ਛੋਟਾ ਡਾਟ ਹੁੰਦਾ ਉਹਨੂੰ ਕੀ ਕਹਿੰਦੇ ਨੇ, ਪਿਕਸਲ ਕਹਿੰਦੇ ਨੇ। ਓਕੇ, ਅੱਗੇ ਕੀ ਆ ਗਿਆ, ਬਿਲ ਗੇਟ ਇਜ਼ ਮੋਰ ਵੈਲ ਨੋਨ ਐਜ਼। ਬਿਲ ਗੇਟ ਕਿਸ ਲਈ ਜਾਣਿਆ ਜਾਂਦਾ ਹੈ, ਬਿਲ ਗੇਟ ਆਪਣੇ ਮਾਈਕਰੋਸਾਫਟ ਕਾਰਪੋਰੇਸ਼ਨ ਦੀ ਕੰਪਨੀ ਲਈ ਜਾਣਿਆ ਜਾਂਦਾ ਹੈ। ਇਹਦਾ ਓਨਰ ਕੌਣ ਹੈ, ਬਿਲ ਗੇਟ। ਇਹਨੇ ਇਹ ਬਣਾਈ ਸੀ ਮਾਈਕਰੋਸਾਫਟ ਵਿੰਡੋ, ਜੋ ਆਪਾਂ ਅੱਜ ਕੱਲ੍ਹ ਵਿੰਡੋ ਯੂਜ਼ ਕਰਦੇ ਹਾਂ ਉਹ ਇਸ ਕੰਪਨੀ ਇਸ ਦੀ ਹੈ, ਜੋ ਵਿੰਡੋ ਯੂਜ਼ ਕਰਦੇ ਨਾ 7, 10 ਜੋ ਵੀ ਆਈਆਂ ਨੇ ਉਹ ਸਭ ਇਹਦੀਆਂ ਨੇ, ਮਾਈਕਰੋਸਾਫਟ ਦੀਆਂ। ਓਕੇ, ਨੈਕਸਟ, ਦ ਫਸਟ ਜਨਰੇਸ਼ਨ ਕੰਪਿਊਟਰ, ਜੋ ਪਹਿਲੀ ਜਨਰੇਸ਼ਨ ਦਾ ਕੰਪਿਊਟਰ ਸੀ ਉਹਦੇ ਵਿੱਚ ਕੀ ਯੂਜ਼ ਹੋਇਆ, ਯੂਜ਼ ਵੈਕਿਊਮ ਟਿਊਬ, ਠੀਕ ਹੈ ਜੀ, ਵੈਕਿਊਮ ਟਿਊਬ ਯੂਜ਼ ਹੋਈਆਂ ਨੇ। ਹੁਣ ਵੈਕਿਊਮ ਟਿਊਬ ਮੈਂ ਦੁਬਾਰਾ ਨਹੀਂ ਦੱਸੂਗਾ, ਤੁਸੀਂ ਉਹ ਲੈਕਚਰ ਦੁਬਾਰਾ ਦੇਖ ਸਕਦੇ ਹੋ, ਜਿਹਦੇ ਵਿੱਚ ਪਹਿਲਾਂ ਆਪਾਂ ਨੇ ਕਰਵਾਇਆ ਹੋਇਆ ਕਿ ਵੈਕਿਊਮ ਟਿਊਬ ਕੀ ਹੁੰਦੀ ਹੈ, ਕਿਵੇਂ ਕੰਮ ਕਰਦੀ ਹੈ। ਯੂਜ਼ ਮਸ਼ੀਨ ਲੈਂਗੁਏਜ, ਠੀਕ ਹੈ, ਮਸ਼ੀਨ ਲੈਂਗੁਏਜ ਯੂਜ਼ ਹੁੰਦੀ ਸੀ। ਹੁਣ ਮਸ਼ੀਨ ਲੈਂਗੁਏਜ ਕੀ ਹੁੰਦੀ ਹੈ, 010101, ਠੀਕ ਹੈ, ਪਿਛਲੀ ਵੀਡੀਓ 'ਚ ਡਿਟੇਲ ਨਾਲ ਕਰਵਾਇਆ ਹੋਇਆ। ਸਮਾਲ ਐਂਡ ਪੋਰਟੇਬਲ ਨਹੀਂ ਜੀ, ਇਹਦਾ ਇੱਕ ਰੂਮ ਸਾਈਜ਼ ਸੀ, ਰੂਮ ਜਿੱਡਾ ਵੱਡਾ ਸੀ ਇਹ, ਠੀਕ ਹੈ। ਪੋਰਟੇਬਲ ਤਾਂ ਬਿਲਕੁਲ ਨਹੀਂ ਸੀ, ਐਂ ਲਾ ਲਓ ਵੀ ਇਹਨੂੰ ਤਾਂ ਚਲਾਉਣ ਲਈ ਵੀ 2-3 ਬੰਦੇ ਚਾਹੀਦੇ ਹੁੰਦੇ ਸੀਗੇ ਜਦੋਂ ਇਹ ਕੰਮ ਕਰਦਾ ਸੀ। ਪ੍ਰੋਡਿਊਸ ਲਾਰਜ ਹੀਟ, ਹਾਂਜੀ ਬਹੁਤ ਜ਼ਿਆਦਾ ਹੀਟ ਇਹ 'ਚ ਪ੍ਰੋਡਿਊਸ ਹੁੰਦੀ ਸੀ। ਸੋ ਇਹ 'ਚ ਕੀ ਸਹੀ ਹੋ ਗਿਆ, ਫਸਟ, ਸੈਕਿੰਡ ਐਂਡ ਫੋਰਥ। ਉਹ ਆਨਸਰ ਕੀ ਆ ਗਿਆ, ਫਸਟ, ਸੈਕਿੰਡ ਐਂਡ ਫੋਰਥ। ਆਨਸਰ ਕੀ ਆ ਗਿਆ ਆਪਣੇ ਕੋਲੇ, ਬੀ, ਠੀਕ ਹੈ। ਨੈਕਸਟ, which software tool enable user interaction with the computer for a specific purpose। ਹੁਣ ਇੱਥੇ ਕੀ ਕਿਹਾ ਗਿਆ ਵੀ ਕਿਹੜਾ ਟੂਲ ਯੂਜ਼ ਹੁੰਦਾ ਹੈ ਜਾਂ ਕਿਹੜਾ ਸੌਫਟਵੇਅਰ ਯੂਜ਼ ਹੁੰਦਾ ਹੈ ਕਿਸੇ ਵੀ ਯੂਜ਼ਰ ਨੂੰ ਕੋਈ ਵੀ ਕੰਮ ਕਰਨ ਲਈ, ਸਪੈਸ਼ਲ ਕੰਮ ਕਰਨ ਲਈ। ਹੁਣ ਮੰਨ ਲਓ ਐਗਜ਼ਾਮਪਲ ਲਈ ਆਪਾਂ ਚੈਟਿੰਗ ਕਰਦੇ ਹਾਂ, ਚੈਟਿੰਗ ਲਈ ਮੰਨ ਲਓ ਆਪਣੇ ਕੋਲ WhatsApp ਯੂਜ਼ ਹੁੰਦਾ। ਸੋ WhatsApp ਕੀ ਹੈ, ਇੱਕ ਐਪਲੀਕੇਸ਼ਨ ਸੌਫਟਵੇਅਰ। ਸੋ ਇੱਥੇ ਆਨਸਰ ਕੀ ਆਊਗਾ ਇਹਦਾ, ਵੀ ਇੱਕ ਐਪਲੀਕੇਸ਼ਨ ਯੂਜ਼ ਹੁੰਦੀ ਹੈ ਜਾਂ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ ਯੂਜ਼ ਹੁੰਦਾ ਹੈ ਕੋਈ ਵੀ ਆਪਾਂ ਨੂੰ ਸਪੈਸੀਫਿਕ ਕੰਮ ਕਰਨ ਲਈ, ਠੀਕ ਹੈ। MS ਆਫਿਸ ਨਹੀਂ ਯੂਜ਼ ਹੁੰਦਾ, ਹਾਰਡਵੇਅਰ ਨਹੀਂ ਯੂਜ਼ ਹੁੰਦਾ, ਸੈਂਟਰਲ ਪ੍ਰੋਸੈਸਿੰਗ ਯੂਨਿਟ ਨਹੀਂ ਯੂਜ਼ ਹੁੰਦੀ। ਓਕੇ, ਆਪਣੇ ਕੋਲ ਇੱਕ ਐਪਲੀਕੇਸ਼ਨ ਯੂਜ਼ ਹੁੰਦੀ ਹੈ ਕੋਈ ਵੀ ਕੰਮ ਕਰਨ ਲਈ। ਆ ਗਿਆ ਉਹੀ ਕੁਐਸਚਨ ਕਿ ਵਾਟ ਇਜ਼ P ਸਟੈਂਡਸ ਫॉर MPEG। ਹੁਣ ਇੱਥੇ ਕਈ ਦੇਖ ਕੇ ਵੀ ਪਿਕਸਲ ਹੋ ਰਹੀ ਹੈ ਤਾਂ ਪਿਕਸਲ ਲਾ ਦੇਣਗੇ, ਬਟ ਨਹੀਂ ਜੀ, ਇਹਦੀ ਕੀ ਆਊਗੀ, P ਕਿਹਦੇ ਲਈ ਹੁੰਦਾ ਹੈ, ਪਿਕਚਰਸ ਲਈ। ਓਕੇ, ਧਿਆਨ ਨਾਲ ਸੁਣੋ, ਇਹਦੀ ਫੁੱਲ ਫਾਰਮ ਕੀ ਹੈ, ਮੂਵਿੰਗ ਪਿਕਚਰਸ ਐਕਸਪਰਟ ਗਰੁੱਪ। ਇਹਦੀ ਫੁੱਲ ਫਾਰਮ ਕੀ ਹੈ, ਮੂਵਿੰਗ ਪਿਕਚਰ ਐਕਸਪਰਟ ਗਰੁੱਪ। ਓਕੇ, ਅੱਗੇ ਇੱਕ ਚੀਜ਼ ਹੋਰ ਆ ਜਾਂਦੀ ਹੈ, ਇਹਦਾ ਆਨਸਰ ਤਾਂ ਇਹ ਆ ਗਿਆ, ਠੀਕ ਹੈ।
P stands for MPEG ਲਈ ਕੀ ਹੈ ਪਿਕਚਰ। ਇੱਕ ਆ ਇਹਦਾ JPEG, JPEG ਇਹਦੀ ਫੁੱਲ ਫਾਰਮ ਕੀ ਹੈ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ। ਛੋਟੇ ਛੋਟੇ ਪੇਪਰਾਂ 'ਚ ਇਹਨਾਂ ਦੀ ਫੁੱਲ ਫਾਰਮ ਆਉਂਦੀ ਹੈ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ। ਇੱਕ ਹੁੰਦਾ GIF ਤੁਸੀਂ ਦੇਖਿਆ ਹੋ GIF ਜਿਹੜੀ ਥੋੜੀ ਜਿਹੀ ਫੋਟੋ ਫੇਲਦੀ ਹੁੰਦੀ ਹੈ ਉਹਨੂੰ ਕਹਿੰਦੇ ਨੇ GIF। ਇਹਦੀ ਫੁੱਲ ਫਾਰਮ ਕੀ ਹੈ ਗ੍ਰਾਫਿਕਸ ਇੰਟਰਚੇਂਜ ਫਾਰਮੈਟ। ਗ੍ਰਾਫਿਕ ਇੰਟਰਚੇਂਜ ਫਾਰਮੈਟ ਇਹਦੀ ਫੁੱਲ ਫਾਰਮ ਹੈ GIF ਦੀ। ਠੀਕ ਹੈ, ਇਹਨਾਂ ਦੀ ਫੁੱਲ ਫਾਰਮ ਤੁਸੀਂ ਕਾਪੀ ਤੇ ਨੋਟ ਕਰ ਲਿਓ। ਸੋ ਇਹਦਾ ਆਨਸਰ ਕੀ ਹੈ ਪਿਕਚਰਸ। P ਸਟੈਂਡ ਫॉर ਪਿਕਚਰ। ਅੱਗੇ ਕੁਐਸਚਨ ਆਪਣੇ ਕੋਲ ਆ ਗਿਆ which of these is not an example of micro computer। ਇਹਦੇ ਵਿੱਚੋਂ ਕਿਹੜੀ ਮਾਈਕਰੋ ਕੰਪਿਊਟਰ ਦੀ ਐਗਜ਼ਾਮਪਲ ਨਹੀਂ ਹੈ। ਪਰਸਨਲ ਕੰਪਿਊਟਰ ਹੈ ਜੀ, ਲੈਪਟਾਪ ਹੈ। ਮਾਈਕਰੋ ਕੰਪਿਊਟਰ ਉਹ ਕੰਪਿਊਟਰ ਨੇ ਜਿਹੜੇ ਆਪਾਂ ਨਾਰਮਲ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਇਹਦਾ ਅੱਗੇ ਵੀਡੀਓ ਆਊਗੀ ਉਹਦੇ ਵਿੱਚ ਆਪਾਂ ਦੱਸਾਂਗੇ ਮਾਈਕਰੋ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ ਕੀ ਹੁੰਦੇ ਨੇ, ਇਹਨਾਂ ਦੇ ਕੰਮ ਕੀ ਨੇ, ਪਹਿਲੇ ਕਿਹੜੇ ਸੀ, ਸਭ ਕਰਾਂਗੇ। ਓਕੇ, ਇਸ ਟਾਈਮ ਲਈ ਸਿਰਫ ਇੰਨਾ ਕੁ ਦੇਖੋ ਕਿ ਇਹਦੇ ਵਿੱਚੋਂ ਕਿਹੜਾ ਮਾਈਕਰੋ ਕੰਪਿਊਟਰ ਨਹੀਂ ਹੈ। ਮਾਈਕਰੋ ਕੰਪਿਊਟਰ ਉਹ ਹੁੰਦੇ ਨੇ ਜਿਹੜੇ ਆਪਾਂ ਨਾਰਮਲ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਆਪਾਂ ਪਰਸਨਲ ਕੰਪਿਊਟਰ ਯੂਜ਼ ਕਰਦੇ ਹਾਂ, ਲੈਪਟਾਪ ਯੂਜ਼ ਕਰਦੇ ਹਾਂ, ਟੈਬਲੇਟ ਯੂਜ਼ ਕਰਦੇ ਹਾਂ। ਲੈਨ ਇੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੈਨ ਕੰਪਿਊਟਰ ਨਹੀਂ ਹੈ। ਕੰਪਿਊਟਰ ਇੱਕ ਕਨੈਕਸ਼ਨ ਹੈ। ਕਨੈਕਸ਼ਨ ਦਾ ਮਤਲਬ ਲੈਨ ਇੱਕ ਕਨੈਕਸ਼ਨ ਹੈ ਜਿਹਦੇ ਵਿੱਚ ਆਪਾਂ ਦੇਖਦੇ ਵੀ ਕੰਪਿਊਟਰ ਕਿਸ ਤਰੀਕੇ ਨਾਲ ਕਨੈਕਟ ਹੋਇਆ। ਓਕੇ, ਕਿਸੇ ਬਿਲਡਿੰਗ ਦੇ ਵਿੱਚ ਜੋ ਵੀ ਕਨੈਕਸ਼ਨ ਹੋਇਆ ਉਹਨੂੰ ਲੈਨ ਕਹਿੰਦੇ ਨੇ। ਨੈਕਸਟ ਇਹਦਾ ਆਨਸਰ ਕੀ ਆ ਗਿਆ ਵੀ ਲੈਨ। ਵੀ ਇਹਦੇ ਵਿੱਚੋਂ ਜਿਹੜਾ ਲੈਨ ਹੈ ਉਹ ਮਾਈਕਰੋ ਕੰਪਿਊਟਰ ਦੀ ਟਾਈਪ ਨਹੀਂ ਹੈ। ਇੱਥੇ ਕੀ ਕੁਐਸਚਨ ਹੈ which one of these stores more data than a DVD ਤੋਂ ਜ਼ਿਆਦਾ ਕਿਹਦੇ 'ਚ ਡਾਟਾ ਸਟੋਰ ਹੁੰਦਾ CD-ROM 'ਚ ਨਹੀਂ ਜੀ। ਫਲੋਪੀ 'ਚ ਬਹੁਤ ਘੱਟ ਡਾਟਾ ਯੂਜ਼ ਹੁੰਦਾ। ਬਲੂ-ਰੇ ਡਿਸਕ। DVD ਤੋਂ ਜ਼ਿਆਦਾ ਕਿੱਥੇ ਹੁੰਦਾ ਬਲੂ-ਰੇ ਡਿਸਕ 'ਚ। ਰੈਡ-ਰੇ ਕੁਝ ਨਹੀਂ ਹੁੰਦਾ, ਰੈਡ-ਰੇ ਡਿਸਕ ਨਹੀਂ ਹੁੰਦੀ। ਬਲੂ-ਰੇ ਡਿਸਕ ਦੇ ਵਿੱਚ ਡਾਟਾ ਸਟੋਰ ਹੁੰਦਾ ਸਭ ਤੋਂ ਜ਼ਿਆਦਾ, ਲਗਭਗ 25 GB ਦੇ ਲਗਭਗ, ਇਹਨਾਂ 'ਚੋਂ 25 GB ਦੇ ਲਗਭਗ ਇਹਦੇ ਵਿੱਚ ਡਾਟਾ ਸਟੋਰ ਹੁੰਦਾ ਸੀ। ਅੱਜ ਕੱਲ੍ਹ ਤਾਂ ਜਿਵੇਂ ਪੈਨ ਡਰਾਈਵ ਨੇ ਜਗ੍ਹਾ ਲੈ ਲਈ, ਪੈਨ ਡਰਾਈਵ ਜਿਵੇਂ 64 GB ਦੀ ਵੀ ਆ ਰਹੀਆਂ ਨੇ, ਬਟ ਪਹਿਲਾਂ ਕੀ ਹੁੰਦਾ ਸੀ ਬਲੂ-ਰੇ ਡਿਸਕ ਹੁੰਦੇ ਸੀ ਜਿਹਦੇ ਵਿੱਚ 25 GB ਤੋਂ ਕਦੇ ਜਦੋਂ ਡਿਊਲ ਹੁੰਦੀ ਸੀ ਤਾਂ 50 GB ਵੀ ਸੇਵ ਕਰ ਲੈਂਦੇ ਸੀ। ਓਕੇ, ਸੋ ਇਹਦਾ ਆਨਸਰ ਕੀ ਆਏਗਾ ਬਲੂ-ਰੇ ਡਿਸਕ। ਇੱਕ ਵਾਰੀ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ ਕਿ ਫਲੋਪੀ ਦੇ ਵਿੱਚ ਮੈਕਸਿਮਮ ਡਾਟਾ ਕਿੰਨਾ ਸਟੋਰ ਹੁੰਦਾ ਸੀ 1.44 MB। 1.44 MB ਕਿੱਥੇ ਸਟੋਰ ਹੁੰਦਾ ਸੀ ਫਲੋਪੀ ਦੇ ਵਿੱਚ। ਓਕੇ, ਅੱਗੇ ਕੁਐਸਚਨ ਕੀ ਹੈ ਨੇਮ ਦਾ ਸਟੋਰੇਜ ਡਿਵਾਈਸ ਆਊਟ ਆਫ ਦਾ ਗਿਵਨ ਆਪਸ਼ਨ। ਸਟੋਰੇਜ ਡਿਵਾਈਸ ਇਹਦੇ ਵਿੱਚੋਂ ਕਿਹੜੀ ਆ ਮੋਨੀਟਰ ਨਹੀਂ ਜੀ, ਹੈ ਨਹੀਂ। CPU ਕੀ ਆ ਪ੍ਰੋਸੈਸਿੰਗ ਡਿਵਾਈਸ ਹੈ। ਮੈਗਨੈਟਿਕ ਡਿਸਕ ਜਿਹਨੂੰ ਆਪਾਂ, ਇਹ ਪ੍ਰਿੰਟਰ ਵੀ ਨਹੀਂ ਹੈ। ਮੈਗਨੈਟਿਕ ਡਿਸਕ ਕੀ ਹੁੰਦੀ ਹੈ ਜਿਹੜੀ ਆਪਾਂ ਅੱਜ ਕੱਲ੍ਹ ਹਾਰਡ ਡਿਸਕ ਯੂਜ਼ ਕਰਦੇ ਹਾਂ ਉਹਨੂੰ ਕੀ ਕਹਿੰਦੇ ਨੇ, ਉਹਦਾ ਟੈਕਨੀਕਲ ਨਾਮ ਕੀ ਆ ਮੈਗਨੈਟਿਕ ਡਿਸਕ। ਸੋ ਇਹਦੇ ਵਿੱਚੋਂ ਜਿਹੜੀ ਡਾਟਾ ਸੇਵ ਕਰਦੀ ਆ ਉਹ ਕਿਹੜੀ ਹੈ ਮੈਗਨੈਟਿਕ ਡਿਸਕ। ਇੱਥੇ ਕੀ ਆ ਗਿਆ which of the following is not an ਇਨਪੁਟ ਡਿਵਾਈਸ। ਇਹਦੇ ਵਿੱਚੋਂ ਕਿਹੜੀ ਇਨਪੁਟ ਡਿਵਾਈਸ ਨਹੀਂ ਹੈ। ਕੀਬੋਰਡ ਇਨਪੁਟ ਡਿਵਾਈਸ ਹੈ ਜੀ, ਮੋਨੀਟਰ ਇਨਪੁਟ ਡਿਵਾਈਸ ਹੈ, ਲਾਈਟ ਪੈਨ ਇਨਪੁਟ ਡਿਵਾਈਸ ਹੈ। ਇਹਦੇ ਵਿੱਚੋਂ ਸਿਰਫ ਵੀਡੀਓ ਆਪਾਂ ਪਹਿਲਾਂ ਵੀ ਕਰ ਚੁੱਕੇ, ਵਿਜ਼ੂਅਲ ਡਿਸਪਲੇ ਯੂਨਿਟ, ਇਹ ਆਪਣੇ ਕੋਲੇ ਜੋ ਹੈ ਆउटपुट डिवाइस है, इनपुट डिवाइस नहीं है। आगे क्या आ गया डैश इज नोन एज द ट्रांसलेटर फॉर असेंबली लैंग्वेज टू लो लेवल प्रोग्रामिंग लैंग्वेज। सिंपल जा क्वेश्चन है कि जो असेंबली लैंग्वेज टू लो लेवल का मतलब इत्थे की आ गया 0101 या मशीन लैंग्वेज दे विच कन्वर्ट करदा उहनूं की कहने आपां, उहनूं आपां असैंबलर कहने आ। असैंबलर ये एक सॉफ्टवेयर हुंदा है जिहड़ा कि ये भाषा नूं 0101 की फॉर्म के कन्वर्ट करता है। क्यों? क्योंकि जो अपना कंप्यूटर है वह सिर्फ 0101 ही समझता है। अगे की आ गया द डाटा बस इज डैश डायरैक्शनल। डैश डायरैक्शनल केड़ी डायरैक्शन दे विच डाटा जाता है, इसका आंसर आऊगा बाई डायरैक्शनल। बाई डायरैक्शन का मतलब भी मान लो आ डाटा बस है तो ये इधर भी जा सकता है, इधर भी जा सकता है, दोनों पासे डाटा मूव कर सकता है। डाटा बस बाई डायरैक्शनल होंदी है। हुण इत्थे कुछ चीज़ां मैं तुहानूं होर दस देना, मल्टीकास्ट, यूनीकास्ट ते ब्रॉडकास्ट। ये कुछ फॉर्मेट ने, जिमें कि मल्टीकास्ट की होंगे, जो एक कंप्यूटर है उन्हें सिर्फ एक नूं ही मैसेज भेजा, वो की हो गया यूनीकास्ट।
ਜਦੋਂ ਇੱਕ ਕੰਪਿਊਟਰ ਨੇ ਮੈਸੇਜ ਭੇਜਿਆ ਉਹਨੂੰ ਰਿਸੀਵ ਵੀ ਸਿਰਫ ਇੱਕ ਕੰਪਿਊਟਰ ਨੇ ਕੀਤਾ, ਉਹ ਕੀ ਹੋ ਗਿਆ? ਯੂਨੀਕਾਸਟ। ਮਲਟੀਕਾਸਟ ਦਾ ਮਤਲਬ ਇੱਕ ਨੇ ਮੈਸੇਜ ਭੇਜਿਆ, ਉਹਦੇ ਕੋਲੇ ਬੰਦੇ ਤਾਂ ਅੱਗੇ ਮੰਨ ਲਓ ਖਾਸੇ ਨੇ, ਉਹਦੇ ਨਾਲ 4 ਬੰਦੇ ਜੁੜੇ ਹੋਏ ਨੇ, 5 ਬੰਦੇ, ਬਟ ਉਹਨੇ ਕੀ ਕੀਤਾ? ਆਪਣੇ 3 ਨੂੰ ਭੇਜਤਾ, ਵੀ ਇੱਕ ਤੋਂ ਜ਼ਿਆਦਾ ਨੂੰ ਭੇਜਤਾ, ਤਾਂ ਉਹ ਕੀ ਹੋ ਗਿਆ? ਮਲਟੀਕਾਸਟ। ਜਦੋਂ ਇੱਕ ਬੰਦੇ ਨੇ ਮੈਸੇਜ ਭੇਜਿਆ ਤੇ ਉਹ ਇੱਕ ਤੋਂ ਜ਼ਿਆਦਾ ਨੂੰ ਭੇਜਤਾ, ਉਹਨੂੰ ਕੀ ਕਹਾਂਗੇ ਆਪਾਂ? ਮਲਟੀਕਾਸਟ। ਬ੍ਰੌਡਕਾਸਟ ਕੀ ਹੋਊਗਾ? ਜਦੋਂ ਇੱਕ ਨੇ ਉਹ ਸਾਰਿਆਂ ਨੂੰ ਭੇਜਤਾ, ਜਦੋਂ ਇੱਕ ਨੇ ਉਹ ਸਾਰਿਆਂ ਨੂੰ ਮੈਸੇਜ ਭੇਜਤਾ, ਸਾਰਿਆਂ ਦੇ ਵਿੱਚ ਹੀ ਪਹੁੰਚ ਗਿਆ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਬ੍ਰੌਡਕਾਸਟ। ਠੀਕ ਹੈ, ਇਹ 3 ਟਰਮਸ ਹੁੰਦੀਆਂ ਨੇ, ਇਹਨੂੰ ਨੋਟ ਡਾਊਨ ਕਰ ਲਿਓ। ਨੈਕਸਟ ਕੁਐਸਚਨ ਹੈ ਕਿ ਹਿਊਮਨ ਨੂੰ ਕੀ ਕਿਹਾ ਜਾਂਦਾ ਹੈ? ਹੋਮੋ ਸੈਪੀਅੰਸ, ਜੋ ਇਹਦਾ ਸਾਇੰਟੀਫਿਕ ਨੇਮ ਹੈ ਹੋਮੋ ਸੈਪੀਅੰਸ। ਉਸੇ ਤਰੀਕੇ ਨਾਲ ਸਿਲਿਕੋ ਸੈਪੀਅੰਸ ਕਿਸ ਨੂੰ ਕਿਹਾ ਜਾਂਦਾ ਹੈ? ਕੰਪਿਊਟਰਸ ਨੂੰ? ਨਹੀਂ, ਰੋਬੋਟ ਨੂੰ। ਠੀਕ ਹੈ, ਹਿਊਮਨ ਨੂੰ ਕੀ ਕਿਹਾ ਜਾਂਦਾ ਹੈ? ਹੋਮੋ ਸੈਪੀਅੰਸ। ਤੇ ਸਿਲਿਕੋ ਸੈਪੀਅੰਸ ਕਿਸ ਨੂੰ ਕਿਹਾ ਜਾਂਦਾ ਹੈ? ਰੋਬੋਟਸ ਨੂੰ। ਇੱਕੋ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ, ਸੋ ਨੋਟ ਕਰ ਲਓ। ਉਹ ਤੋਂ ਬਾਅਦ ਆਪਣਾ ਅੱਜ ਦਾ ਲਾਸਟ ਕੁਐਸਚਨ ਹੈ ਕਿ ਵਿੰਡੋਜ਼ XP, ਸੁਣਿਆ ਹੋਊਗਾ ਵਿੰਡੋਜ਼ XP। XP ਸਟੈਂਡਸ ਫॉर, ਕਿਹਦੇ ਲਈ ਸਟੈਂਡ ਕਰਦੀ ਸੀ? ਐਕਸਪਲਿਸਿਟ, ਐਕਸਰਸਾਈਜ਼, ਐਕਸਪੀਰੀਅੰਸ, ਐਕਸਪੋਨੈਂਸ਼ੀਅਲ। ਸੋ ਇਹ ਕੀ ਸੀ? ਐਕਸਪੀਰੀਅੰਸ। ਠੀਕ ਹੈ, ਐਕਸਪੀਰੀਅੰਸ ਸੀ ਕਿ ਜੋ ਵਿੰਡੋ XP ਦੇ ਵਿੱਚ XP ਸੀ ਉਹ ਕੀ ਸੀ? ਵਿੰਡੋ ਐਕਸਪੀਰੀਅੰਸ ਸੀ। ਓਕੇ, ਸੋ ਇਹ ਸੀ ਅੱਜ ਦੇ ਆਪਣੇ MCQ। ਉਮੀਦ ਕਰਦਾ ਤੁਹਾਨੂੰ ਪਸੰਦ ਆਏ ਹੋਣਗੇ। ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਥੱਲੇ ਕਮੈਂਟ ਕਰਿਓ ਕਿਵੇਂ ਲੱਗੀ ਵੀਡੀਓ, ਲਾਈਕ ਕਰਿਓ। ਐਂਡ ਜਾਂਦੇ ਜਾਂਦੇ ਇੱਕ ਕੁਐਸਚਨ ਹੈ ਕਿ ਜਿਵੇਂ ਆਪਾਂ ਨੇ ਫੁੱਲ ਫਾਰਮਸ ਪੜ੍ਹੀਆਂ ਤਾਂ ਉਵੇਂ ਆਪਣੇ ਸਭ ਕੋਲੇ ਆਈਫੋਨ ਹੁੰਦਾ ਹੈ, ਤਾਂ ਸਭ ਨੇ ਕਮੈਂਟ ਕਰਕੇ ਦੱਸਣਾ ਹੈ ਕਿ ਆਈਫੋਨ ਦੇ ਵਿੱਚ ਆਈ ਦੀ ਫੁੱਲ ਫਾਰਮ ਕੀ ਹੈ, ਆਈ ਕਿਸ ਨੂੰ ਰਿਪਰੈਜ਼ੈਂਟ ਕਰਦਾ। ਓਕੇ, ਥੈਂਕ ਯੂ।